ਪੰਜਾਬ ਦੀ ਰਾਜਨੀਤੀ 'ਚ ਇੱਕ ਵੱਡਾ ਭੁਚਾਲ ਅੱਜ ਦੇਖਣ ਨੂੰ ਮਿਲਿਆ ਹੈ ਕਿਉਂਕਿ ਮਾਲਵਾ ਦੇ ਵੱਡੇ ਲੀਡਰ ਮਨਪ੍ਰੀਤ ਸਿੰਘ ਬਾਦਲ ਭਾਜਪਾ 'ਚ ਸ਼ਾਮਲ ਹੋ ਗਏ ਨੇ। ਇਹ ਬਹੁਤ ਵੱਡੀ ਅੱਜ ਦੀ ਖਬਰ ਔਰ ਬਹੁਤ ਵੱਡੀ ਰਾਜਨੀਤੀ ਦੇ ਵਿੱਚ ਹੀ ਬਹੁਤ ਵੱਡੀ ਖਬਰ ਇਹ ਅੱਜ ਦੀ ਗਿਣੀ ਜਾ ਰਹੀ ਹੈ ਔਰ ਹੈ ਵੀ ਇਹ ਖਬਰ ਵੱਡੀ। ਅੱਜ ਦਾ ਮੁੱਦਾ ਦੇ ਵਿੱਚ ਅਸੀਂ ਇਸੇ ਖਬਰ ਨੂੰ ਸ਼ਾਮਿਲ ਕੀਤਾ ਹੈ ਤੇ ਮੇਰੇ ਨਾਲ ਮੇਰੇ ਸਹਿਯੋਗੀ ਰਿਮਾਂਸ਼ੂ ਗਾਬਾ ਇਸ ਬਾਰੇ ਮੇਰੇ ਨਾਲ ਚਰਚਾ ਕਰਨਗੇ ਔਰ ਇਸ ਖਬਰ ਨੂੰ ਅਸੀਂ ਹਰ ਉਸ ਪਹਿਲੂ ਤੇ ਨਜ਼ਰ ਮਾਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਇਸ ਖਬਰ ਦੇ ਨਾਲ ਜੁੜੇ ਹੋਣਗੇ ਜਾਂ ਜਿਹੜੇ ਦੋਵੇਂ ਪਾਰਟੀਆਂ ਨਾਲ ਜਿਨ੍ਹਾਂ ਨੂੰ ਜਿਸ ਪਾਰਟੀ ਨੂੰ ਮਨਪ੍ਰੀਤ ਬਾਦਲ ਨੇ ਛੱਡਿਆ ਔਰ ਜਿਹੜੀ ਪਾਰਟੀ ਨੂੰ ਜੁਆਇਨ ਕੀਤਾ, ਇਹਨਾਂ ਦੋਨੋਂ ਪਾਰਟੀਆਂ ਦੇ ਵਿੱਚ ਦੀ ਸਥਿਤੀ ਮੌਜੂਦਾ ਸਥਿਤੀ ਪੰਜਾਬ ਦੇ ਵਿੱਚ ਕੀ ਹੈ ਉਸ ਦੇ ਬਾਰੇ ਅਸੀਂ ਚਰਚਾ ਕਰਾਂਗੇ। ਰਿਮਾਂਸ਼ੂ ਗਾਬਾ ਜੀ, ਤੁਹਾਡਾ ਸਵਾਗਤ ਹੈ ਇੱਕ ਵਾਰੀ ਫਿਰ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ। ਤੇ ਅੱਜ ਦੀ ਜਿਹੜੀ ਖਬਰ ਹੈ ਖਾਸ ਕਰਕੇ ਉਹਦੇ ਬਾਰੇ ਆਪਾਂ ਇਸ 'ਤੇ ਜ਼ਿਕਰ ਕਰਾਂਗੇ, ਜਿਹੜੀ ਮਨਪ੍ਰੀਤ ਸਿੰਘ ਬਾਦਲ ਵਾਲੀ। ਤੁਸੀਂ ਦੱਸੋ ਕਿ ਮਨਪ੍ਰੀਤ ਸਿੰਘ ਬਾਦਲ ਇੱਕ ਵੱਡਾ ਨਾਮ ਪੰਜਾਬ ਦੀ ਰਾਜਨੀਤੀ ਦੇ ਵਿੱਚ, ਉਹਨਾਂ ਨੇ ਵੀ ਅੱਜ ਜਿਹੜੀ ਕਿਉਂਕਿ ਪਹਿਲਾਂ ਵੀ ਇੱਕ ਆਪਣੀ ਜਿਹੜੀ ਮੌਜੂਦਾ ਪਾਰਟੀ ਸੀਗੀ, ਜਿਹੜੀ ਦੇਸ਼ ਪਾਰਟੀ ਸੀਗੀ ਅਕਾਲੀ ਦਲ, ਉਹ ਛੱਡ ਕੇ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਸੀ, ਆਪਣੀ ਪਾਰਟੀ ਵੀ ਬਣਾਈ ਸੀ ਤੇ ਅੱਜ ਉਹ ਭਾਜਪਾ 'ਚ ਸ਼ਾਮਲ ਹੋ ਗਏ ਨੇ। ਬਿਲਕੁਲ, ਇਹ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਇਹ ਪੰਜਾਬ ਦੀ ਸਿਆਸਤ ਦੀ ਸਭ ਤੋਂ ਵੱਡੀ ਖਬਰ ਹੈ ਔਰ ਇਸ ਖਬਰ ਦੀ ਇਸ ਸਿਆਸੀ ਘਟਨਾ ਦੀ ਟਾਈਮਿੰਗ ਤੁਸੀਂ ਦੇਖੋ। ਜਦੋਂ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕਰ ਰਹੇ ਨੇ, ਕੱਲ੍ਹ ਪਠਾਨਕੋਟ ਦੇ ਵਿੱਚ ਇਹਨਾਂ ਦੀ ਵੱਡੀ ਇੱਕ ਰੈਲੀ ਹੋਣੀ ਹੈ। ਉਸ ਰੈਲੀ ਦੇ ਦੌਰਾਨ ਮਨਪ੍ਰੀਤ ਬਾਦਲ ਦਾ ਬੀਜੇਪੀ ਦੇ ਵਿੱਚ ਸ਼ਾਮਲ ਹੋਣਾ ਤਾਂ ਕਾਂਗਰਸ ਦੇ ਲਈ ਬਹੁਤ ਵੱਡਾ ਝਟਕਾ ਹੈ, ਖਾਸ ਕਰਕੇ ਪੰਜਾਬ ਕਾਂਗਰਸ ਦੇ ਲਈ। ਜਿੱਥੇ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਕਾਂਗਰਸ ਇਕਜੁੱਟ ਰਵੇ, ਅਸੀਂ ਵੀ ਜਦੋਂ ਤੋਂ ਭਾਰਤ ਜੋੜੋ ਯਾਤਰਾ ਸ਼ੁਰੂ ਕਵਰ ਕਰ ਰਹੇ ਹਾਂ ਉਦੋਂ ਤਾਂ ਇਹੀ ਸਾਰਿਆਂ ਨੂੰ ਸਵਾਲ ਪੁੱਛ ਰਹੇ ਹਾਂ ਤੇ ਕੀ 19 ਤਰੀਕ ਤੋਂ ਬਾਅਦ ਜਿਹੜੀ ਕਾਂਗਰਸ ਹੈ ਪੰਜਾਬ ਦੀ ਉਹ ਇਕੱਠੀ ਰਹਿ ਪਾਏਗੀ ਰਾਹੁਲ ਗਾਂਧੀ ਦੇ ਜਾਣ ਤੋਂ ਬਾਅਦ? ਤਾਂ ਇਹੀ ਸਵਾਲ ਸਾਰਿਆਂ ਦੇ ਅੰਦਰ ਸੀਗਾ ਕਿ ਇਲੈਕਸ਼ਨਾਂ ਤੋਂ ਬਾਅਦ ਕਾਂਗਰਸ ਟੁੱਟੀ ਹੋਈ ਹੈ ਔਰ ਇਸ ਟੁੱਟੀ ਹੋਈ ਕਾਂਗਰਸ ਦੇ ਵਿੱਚ ਰਾਹੁਲ ਗਾਂਧੀ ਜੋੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਇਸੇ ਦੌਰਾਨ ਮਨਪ੍ਰੀਤ ਬਾਦਲ ਵਰਗਾ ਨੇਤਾ ਪਾਰਟੀ 'ਚੋਂ ਬਾਹਰ ਹੋ ਜਾਣਾ। ਤੇ ਜਿੱਥੇ ਮੈਂ ਜ਼ਿਕਰ ਕੀਤਾ ਕਿ ਇਹ ਕਾਂਗਰਸ ਲਈ ਝਟਕਾ ਹੈ, ਪੰਜਾਬ ਦੀ ਸਿਆਸਤ ਲਈ ਵੱਡੀ ਖਬਰ ਹੈ ਔਰ ਮੈਨੂੰ ਲੱਗਦਾ ਰਾਣਾ ਜੀ ਇਹ ਸਭ ਤੋਂ ਵੱਡਾ ਝਟਕਾ ਰਾਹੁਲ ਗਾਂਧੀ ਦੇ ਲਈ ਹੈ ਪਰਸਨਲੀ, ਕਿਉਂਕਿ ਰਾਹੁਲ ਗਾਂਧੀ ਦੇ ਬੇਹੱਦ ਕਰੀਬੀ ਮਨਪ੍ਰੀਤ ਬਾਦਲ ਸੀਗੇ। ਕਰੀਬੀ ਕਹਿਣ ਤੋਂ ਭਾਵ ਹੈ ਕਿ ਰਾਹੁਲ ਗਾਂਧੀ ਜਿੰਨਾ ਕੋ ਮੈਂ ਕਵਰ ਕੀਤਾ ਕਾਂਗਰਸ ਦੇ ਇਵੈਂਟਸ ਨੂੰ ਤੇ ਮਨਪ੍ਰੀਤ ਬਾਦਲ ਦੀ ਐਕਟੀਵਿਟੀਜ਼ ਨੂੰ ਦੇਖਿਆ 2016 'ਚ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ, ਜਦੋਂ ਕਾਂਗਰਸ ਦੀ ਸਰਕਾਰ ਵੀ ਨਹੀਂ ਸੀਗੀ, ਜਿਸ ਤਰ੍ਹਾਂ ਮਨਪ੍ਰੀਤ ਬਾਦਲ ਦਾ ਰਿਗਾਰਡ ਰਾਹੁਲ ਗਾਂਧੀ ਕਰਦੇ ਨਜ਼ਰ ਆਏ ਨੇ, ਕਈ ਵਾਰ ਕੈਮਰੇ 'ਚ ਨਜ਼ਰ ਆਏ ਨੇ। ਮੈਨੂੰ ਯਾਦ ਹੈ ਕਿ 2016 ਦੇ ਵਿੱਚ ਇੱਕ ਜਲੰਧਰ ਦੇ ਵਿੱਚ ਇੱਕ ਧਰਨਾ ਲੱਗਾ ਸੀਗਾ। ਉਸ ਧਰਨੇ ਦੇ ਵਿੱਚ ਮਨਪ੍ਰੀਤ ਬਾਦਲ ਥੱਲੇ ਬੈਠੇ ਸੀ, ਰਾਹੁਲ ਗਾਂਧੀ ਨੇ ਉੱਥੇ ਆਉਣਾ ਸੀਗਾ, ਡੀਸੀ ਦਫ਼ਤਰ ਦੇ ਬਾਹਰ ਧਰਨਾ ਸੀਗਾ। ਰਾਹੁਲ ਗਾਂਧੀ ਉੱਪਰ ਆਏ, 5-10 ਕੁਰਸੀਆਂ ਲੱਗੀਆਂ ਸੀਗੀਆਂ ਇੱਦਾਂ ਜਿੱਥੇ ਤੇ ਰਾਹੁਲ ਗਾਂਧੀ ਬੈਠੇ, ਰਾਜਾ ਵੜਿੰਗ ਵੀ ਸੀਗੇ ਸ਼ਾਇਦ ਜਾਂ ਰਵਨੀਤ ਬਿੱਟੂ, ਜਿਹੜੇ ਉਸ ਵੇਲੇ ਦੇ ਕਾਂਗਰਸ ਦੇ ਵੱਡੇ ਨੇਤਾ ਹੁੰਦੇ ਸੀ। 2016 'ਚ ਮੈਂ ਗੱਲ ਕਰਦਾ, ਉਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ। ਉਹ ਸਰਕਾਰ ਦੇ ਖਿਲਾਫ ਧਰਨਾ ਲਾਇਆ ਸੀ ਜਲੰਧਰ ਡੀਸੀ ਦਫ਼ਤਰ ਦੇ ਬਾਹਰ। ਰਾਹੁਲ ਗਾਂਧੀ ਕੁਰਸੀ 'ਤੇ ਬੈਠੇ, ਇੱਦਾਂ ਤਮਾਮ ਲੀਡਰ ਬੈਠੇ ਤੇ ਮਨਪ੍ਰੀਤ ਬਾਦਲ ਥੱਲੇ ਬੈਠੇ ਹੋਏ ਸੀਗੇ। ਰਾਹੁਲ ਗਾਂਧੀ ਜਦੋਂ ਆਏ ਤਾਂ ਮਨਪ੍ਰੀਤ ਨੂੰ ਸਪੈਸ਼ਲ ਇਸ਼ਾਰਾ ਕਰਕੇ ਮਨਪ੍ਰੀਤ ਆਪ ਆਓ, ਆਪਣੇ ਨਾਲ ਕੁਰਸੀ ਲਵਾਈ। ਅੰਬਿਕਾ ਸੋਨੀ ਨਾਲ ਕੁਰਸੀ ਤੇ ਬੈਠੇ ਸੀਗੇ, ਉਹ ਕੁਰਸੀ ਛੱਡ ਕੇ ਉਹ ਲਾਸਟ ਕੁਰਸੀ ਤੇ ਜਾ ਕੇ ਬਹਿੰਦੇ ਨੇ ਤੇ ਮਨਪ੍ਰੀਤ ਬਾਦਲ ਰਾਹੁਲ ਗਾਂਧੀ ਦੇ ਨਾਲ ਬਹਿੰਦੇ ਨੇ। ਔਰ ਇਸ ਤਰ੍ਹਾਂ ਕਈ ਵਾਰ ਦੇਖਿਆ ਗਿਆ ਜਦੋਂ ਰਾਹੁਲ ਗਾਂਧੀ ਆਪਣੇ ਨਾਲ ਮਨਪ੍ਰੀਤ ਨੂੰ ਰਲਾਉਂਦੇ ਨੇ, ਜੇ ਦੂਰ ਬੈਠੇ ਨੇ ਤਾਂ ਆਪਣੇ ਕੋਲ ਬਿਠਾਉਂਦੇ ਨੇ। ਔਰ ਸਭ ਤੋਂ ਵੱਡੀ ਉਦਾਹਰਨ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਔਰ ਨਵਾਂ ਮੁੱਖ ਮੰਤਰੀ ਚੁਣਨਾ ਸੀਗਾ, ਤਾਂ ਇਹ ਚਰਚਾ ਹੈ ਕਿ ਮਨਪ੍ਰੀਤ ਬਾਦਲ ਨੇ ਐਨ ਮੌਕੇ ਤੇ ਰਾਹੁਲ ਗਾਂਧੀ ਨੂੰ ਫੋਨ ਕਰਕੇ ਇਹ ਕਿਹਾ ਕਿ ਤੁਸੀਂ ਕੋਈ ਦਲਿਤ ਚਿਹਰਾ ਸੀਐਮ ਬਣਾਓ, ਕਿਉਂਕਿ ਸੁਖਜਿੰਦਰ ਰੰਧਾਵੇ ਦੇ ਨਾਮ ਤੇ ਲਗਭਗ ਮੋਹਰ ਲੱਗ ਗਈ ਸੀਗੀ, ਉਹ ਤਾਂ ਆਪਣੇ ਘਰੋਂ ਬਾਹਰ ਵੀ ਨਿਕਲ ਗਏ ਸੀਗੇ। ਪਰ ਜਿਹੜਾ ਐਂਡ ਤੇ ਚਰਨਜੀਤ ਸਿੰਘ ਚੰਨੀ ਦਾ ਨਾਮ ਆਇਆ ਉਹ ਮਨਪ੍ਰੀਤ ਬਾਦਲ ਦੇ ਕਰਕੇ ਆਇਆ। ਮਨਪ੍ਰੀਤ ਬਾਦਲ ਨੇ ਰਾਹੁਲ ਗਾਂਧੀ ਨੂੰ ਫੋਨ ਕੀਤਾ, ਰਾਹੁਲ ਗਾਂਧੀ ਨੂੰ ਇਹ ਗੱਲ ਸਟ੍ਰਾਈਕ ਕੀਤੀ ਤਾਂ ਰਾਹੁਲ ਗਾਂਧੀ ਨੇ ਫਿਰ ਆਪਣਾ ਫੈਸਲਾ ਬਦਲਿਆ, ਜਾਂ ਹਾਈਕਮਾਂਡ ਨੇ, ਕਾਂਗਰਸ ਹਾਈਕਮਾਂਡ ਨੇ ਆਪਣਾ ਫੈਸਲਾ ਬਦਲ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ। ਔਰ ਤੁਹਾਨੂੰ ਉਸ ਤੋਂ ਬਾਅਦ ਯਾਦ ਹੋਣਗੀਆਂ ਤਸਵੀਰਾਂ, ਸਾਡੇ ਦਰਸ਼ਕਾਂ ਨੂੰ ਵੀ ਯਾਦ ਹੋਣਗੀਆਂ ਕਿ ਚਰਨਜੀਤ ਸਿੰਘ ਚੰਨੀ ਔਰ ਮਨਪ੍ਰੀਤ ਬਾਦਲ ਜਿਹੜੇ 3 ਮਹੀਨੇ ਦਾ ਇਹ ਵਕਵਾ ਰਿਹਾ, 3 ਮਹੀਨੇ ਦਾ ਸਮਾਂ ਰਿਹਾ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਹੋਣ ਦਾ, ਉਦੋਂ ਮਨਪ੍ਰੀਤ ਬਾਦਲ ਬਹੁਤ ਜ਼ਿਆਦਾ ਨਾਲ ਵਿਖਾਈ ਦਿੱਤੇ ਚਰਨਜੀਤ ਸਿੰਘ ਚੰਨੀ ਦੇ। ਕਦੀ ਚੰਨੀ ਉਹਨਾਂ ਦੇ ਘਰ ਜਾਂਦੇ ਸੀ, ਕਦੀ ਮਨਪ੍ਰੀਤ ਬਾਦਲ ਉਹਨਾਂ ਦੇ ਘਰ ਆਉਂਦੇ ਸੀਗੇ, ਤਾਂ ਇਸ ਤਰ੍ਹਾਂ ਦੀਆਂ ਕਈ ਵਿਜ਼ੂਅਲ ਨਜ਼ਰ ਆਏ। ਤਾਂ ਇਹ ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਕਿ ਕਿੰਨੇ ਕਰੀਬੀ ਹੋਣਗੇ ਕਿ ਐਨ ਮੌਕੇ ਤੇ ਰਾਹੁਲ ਗਾਂਧੀ ਨੇ ਉਹਨਾਂ ਦੀ ਗੱਲ ਮੰਨ ਲਈ। ਰਾਹੁਲ ਗਾਂਧੀ ਤੇ ਕਿੰਨਾ ਜ਼ਿਆਦਾ ਪ੍ਰਭਾਵ ਹੋਊਗਾ ਮਨਪ੍ਰੀਤ ਬਾਦਲ ਦਾ ਕਿ ਉਹ ਉਹਨਾਂ ਦੀ ਗੱਲ ਉਹਨਾਂ ਨੇ ਮੰਨ ਲਈ। ਤਾਂ ਹੁਣ ਮੈਨੂੰ ਲੱਗਦਾ ਕਿਸੇ ਕਰਕੇ
ਕਿ ਸਭ ਤੋਂ ਵੱਡਾ ਝਟਕਾ ਜਿਹੜਾ ਪਰਸਨਲੀ ਮੈਨੂੰ ਲੱਗਦਾ ਕਿ ਕਾਂਗਰਸ ਦੇ ਅੰਦਰ ਤੇ ਆਪਾਂ ਹਜੇ ਚਰਚਾ ਕਰਦੇ ਹਾਂ ਅੰਦਰ ਕਿ ਕਾਂਗਰਸ ਪਾਰਟੀ ਦੇ ਅੰਦਰ ਝਟਕਾ ਹੈ ਜਾਂ ਨਹੀਂ, ਪਰ ਰਾਹੁਲ ਗਾਂਧੀ ਦੇ ਲਈ ਪਰਸਨਲੀ ਬਹੁਤ ਵੱਡਾ ਝਟਕਾ ਹੈ। ਜੇ ਰਾਹੁਲ ਗਾਂਧੀ ਦੇ ਮਨਪ੍ਰੀਤ ਬਾਦਲ ਤੁਹਾਡੇ ਕਹਿਣ ਦੇ ਮੁਤਾਬਕ ਜਿਹੜਾ, ਹਾਲਾਂਕਿ ਮੈਂ ਵੀ Blue eyed ਪੰਜਾਬ ਦਾ ਹੀ man ਰਹਿਣਾ, ਹਾਂਜੀ, ਤੇ ਤੁਸੀਂ ਰਾਹੁਲ ਗਾਂਧੀ ਦੇ ਲਈ ਜੇ ਮਨਪ੍ਰੀਤ ਬਾਦਲ ਇੰਨੀ ਵੈਲਿਊ ਰੱਖਦੇ ਸੀਗੇ ਤੇ ਅਚਾਨਕ ਰਾਹੁਲ ਗਾਂਧੀ ਦੀ ਯਾਤਰਾ ਆਉਂਦੀ ਹੈ, ਭਾਰਤ ਜੋੜੋ ਯਾਤਰਾ ਆਉਂਦੀ, ਤਾਂ ਉਸ ਜਿਸ ਦਿਨ ਉਹ ਪੰਜਾਬ 'ਚ ਨਹੀਂ ਹੈ, ਹਿਮਾਚਲ 'ਚ ਚਲੀ ਗਈ ਜਿਸ ਦਿਨ ਉਹ ਯਾਤਰਾ, ਉਸੇ ਦਿਨ ਇੱਕ ਵੱਡਾ ਝਟਕਾ ਦਿੰਦੇ ਹੋਏ ਤੇ ਮਨਪ੍ਰੀਤ ਬਾਦਲ ਜਿਹੜੇ ਹੈਗੇ ਆ ਉਹ ਭਾਜਪਾ 'ਚ ਚਲੇ ਜਾਂਦੇ ਨੇ। ਇਹਦੀ ਵਜ੍ਹਾ ਕੀ ਹੋ ਸਕਦੀ ਹੈ? ਵਜ੍ਹਾ ਵੀ ਮੈਂ ਦੱਸਦਾ, ਔਰ ਇਦਾਂ ਨਹੀਂ ਹੈ ਕਿ ਇੱਕੋ ਦਮ ਗੱਲ ਬਣੀ। ਮਨਪ੍ਰੀਤ ਬਾਦਲ ਨੇ ਆਪ ਦੱਸਿਆ ਕਿ ਮੇਰੇ ਥੋੜ੍ਹੇ ਦਿਨ ਪਹਿਲਾਂ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਸੀ ਉਦੋਂ, ਔਰ ਉਹਨਾਂ ਨੇ ਅਮਿਤ ਸ਼ਾਹ ਨੂੰ ਸ਼ੇਰ ਦੱਸਿਆ। ਤੇ ਦੇਖੋ ਇਹ ਚਰਚਾਵਾਂ ਤੇ ਬੜੀ ਦੇਰ ਤੋਂ ਚੱਲ ਰਹੀਆਂ ਹੋਣਗੀਆਂ, ਗੱਲਬਾਤ ਤੇ ਆਪਸ ਚੱਲ ਰਹੀ ਹੈ। ਇੱਦਾਂ ਤਾਂ ਹੋਏਗਾ ਨਹੀਂ ਕਿ ਰਾਤੀ ਬੀਜੇਪੀ ਨੇ ਆਫਰ ਦਿੱਤੀ ਤੇ ਮਨਪ੍ਰੀਤ ਬਾਦਲ ਸਵੇਰੇ ਦਿੱਲੀ ਪਹੁੰਚ ਗਏ। ਬੜੀ ਦੇਰ ਤੋਂ ਸੈਟਿੰਗ ਚੱਲ ਰਹੀ ਹੋਏਗੀ, ਆਪਸ 'ਚ ਗੱਲਬਾਤ ਚੱਲ ਰਹੀ ਹੋਏਗੀ, ਤਾਂ ਮਨਪ੍ਰੀਤ ਬਾਦਲ ਅੱਜ ਸ਼ਾਮਲ ਹੋਏ। ਔਰ 29 ਜਨਵਰੀ ਨੂੰ ਅਮਿਤ ਸ਼ਾਹ ਦੀ ਰੈਲੀ ਹੈ, ਉਸ ਰੈਲੀ ਤੋਂ ਪਹਿਲਾਂ ਇੱਕ ਵੱਡਾ ਜੱਟ ਸਿੱਖ ਚਿਹਰਾ ਆਪਣੇ ਨਾਲ ਜੋੜ ਲਿਆ ਬੀਜੇਪੀ ਨੇ। ਦੂਜਾ ਵਜ੍ਹਾ ਬਿਲਕੁਲ ਕਲੀਅਰ ਹੈ। ਅਸੀਂ ਜਦੋਂ ਖਬਰ ਬ੍ਰੇਕ ਕਰ ਰਹੇ ਸੀਗੇ ਉਦੋਂ ਵੀ ਆਪਾਂ ਇਹ ਦੱਸ ਰਹੇ ਸੀਗੇ, ਔਰ ਕਿ ਰਾਜਾ ਵੜਿੰਗ ਔਰ ਮਨਪ੍ਰੀਤ ਬਾਦਲ ਦੇ ਰਿਸ਼ਤੇ ਬਹੁਤ ਸੁਖਾਵੇਂ ਨਹੀਂ ਹੈਗੇ। ਰਾਜਾ ਵੜਿੰਗ ਔਰ ਮਨਪ੍ਰੀਤ ਬਾਦਲ ਦੀ ਆਪਸ ਦੇ ਵਿੱਚ ਨਹੀਂ ਬਣਦੀ ਹੈਗੀ। ਇਲੈਕਸ਼ਨਾਂ ਦੇ ਵਿੱਚ ਵੀ ਕਿਸੇ ਨੇ ਦਬੀ ਜ਼ੁਬਾਨ 'ਚ ਤੇ ਕਿਸੇ ਨੇ ਖੁੱਲ੍ਹੇਆਮ ਇੱਕ ਦੂਜੇ ਦਾ ਇਹ ਦੋਵੇਂ ਵਿਰੋਧ ਕਰਦੇ ਆਏ। ਰਾਜਾ ਵੜਿੰਗ ਵੀ ਕਈ ਵਾਰ ਮਨਪ੍ਰੀਤ ਬਾਦਲ ਦਾ ਵਿਰੋਧ ਕਰਦੇ ਨਜ਼ਰ ਆਏ, ਔਰ ਮਨਪ੍ਰੀਤ ਬਾਦਲ 'ਤੇ ਵੀ ਆਰੋਪ ਲੱਗਦਾ ਰਿਹਾ ਕਿ ਰਾਜਾ ਵੜਿੰਗ ਦੇ ਹਲਕੇ ਗਿੱਦੜਬਾਹਾ ਦੇ ਵਿੱਚ ਮਨਪ੍ਰੀਤ ਬਾਦਲ ਨੇ ਇੰਟਰਫੇਅਰ ਕੀਤਾ। ਮਨਪ੍ਰੀਤ ਬਾਦਲ ਬਠਿੰਡਾ ਤੋਂ ਹਾਰ ਗਏ, ਇਹਦੇ ਪਿੱਛੇ ਇਹ ਆਰੋਪ ਲੱਗਦਾ ਰਿਹਾ ਕਿ ਰਾਜਾ ਵੜਿੰਗ ਨੇ ਉਹਨਾਂ ਨੂੰ ਹਰਵਾ ਦਿੱਤਾ। ਤਾਂ ਰਾਜਾ ਵੜਿੰਗ ਦਾ ਕੱਦ ਜਿਵੇਂ ਜਿਵੇਂ ਅੱਗੇ ਪਾਰਟੀ ਦੇ ਵਿੱਚ ਵੱਧਦਾ ਗਿਆ, ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ। ਉਹ ਗੱਲ ਸ਼ਾਇਦ ਮਨਪ੍ਰੀਤ ਬਾਦਲ ਨੂੰ ਜਿਹੜੀ ਹੈ ਉਹ ਪਚੀ ਨਹੀਂ, ਡਾਈਜੈਸਟ ਨਹੀਂ ਹੋਈ। ਉਸ ਤੋਂ ਬਾਅਦ ਲਗਾਤਾਰ ਇਲੈਕਸ਼ਨਾਂ ਤੋਂ ਬਾਅਦ ਮਨਪ੍ਰੀਤ ਬਾਦਲ ਦੀ ਕੋਈ ਵੀ ਐਕਟੀਵਿਟੀ ਜਿਹੜੀ ਹੈ ਉਹ ਪੰਜਾਬ ਦੀ ਕਾਂਗਰਸ ਲਈ ਨਹੀਂ ਵੇਖਣ ਨੂੰ ਮਿਲੀ। ਭਾਰਤ ਜੋੜੋ ਯਾਤਰਾ ਦੇ ਵਿੱਚ ਵੀ ਮਨਪ੍ਰੀਤ ਬਾਦਲ ਸ਼ਾਮਲ ਨਹੀਂ ਹੋਏ। ਇਹ ਤਾਂ ਅਸੀਂ ਐਨਾਲਿਸਿਸ ਕਰ ਰਹੇ ਸੀਗੇ, ਪਰ ਜਦੋਂ ਅਸੀਂ ਥੋੜ੍ਹਾ ਸਮਾਂ ਪਹਿਲਾਂ ਹੀ ਜੈਜੀਤ ਜੋਲ ਜੋ ਮਨਪ੍ਰੀਤ ਬਾਦਲ ਦੀ ਪਤਨੀ ਦੇ ਭਰਾ ਨੇ, ਮਨਪ੍ਰੀਤ ਬਾਦਲ ਦੇ ਬੇਹੱਦ ਕਰੀਬੀ ਨੇ, ਮਨਪ੍ਰੀਤ ਬਾਦਲ ਦਾ ਲਗਭਗ ਸਾਰਾ ਕੰਮ ਜਿਹੜਾ ਹੈ ਜੈਜੀਤ ਜੋਲ ਹੀ ਦੇਖਦੇ ਨੇ, ਜੋਜੋ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਜਿਹੜੇ ਜੋਜੋ ਦੇ ਨਾਮ ਤੋਂ ਮਸ਼ਹੂਰ ਨੇ। ਤਾਂ ਜੈਜੀਤ ਜੋਲ ਨੇ ਦੈਨਿਕ ਸਵੇਰਾ ਤੇ ਇਹ ਗੱਲ ਦਾ ਆਪ ਖੁਲਾਸਾ ਕੀਤਾ, ਔਰ ਆਪ ਇਸ ਚੀਜ਼ ਦਾ ਉਹਨਾਂ ਨੇ ਰਜ਼ਾਮੰਦ ਹੋਏ ਨੇ ਇਸ ਗੱਲ ਨੂੰ ਲੈ ਕੇ ਕਿ ਰਾਜਾ ਵੜਿੰਗ ਦੇ ਚਲਦਿਆਂ ਮਨਪ੍ਰੀਤ ਬਾਦਲ ਨੇ ਬੀਜੇਪੀ ਜੁਆਇਨ ਕੀਤੀ ਔਰ ਕਾਂਗਰਸ ਨੂੰ ਛੱਡ ਦਿੱਤਾ। ਉਹਨਾਂ ਨੇ ਇਹ ਕਿਹਾ ਕਿ ਪਾਰਟੀ ਦੇ ਵਿੱਚ ਗੁੱਟਬਾਜੀ ਬਹੁਤ ਹੈ। ਰਾਜਾ ਵੜਿੰਗ ਨੇ ਬਹੁਤ ਜ਼ਿਆਦਾ ਇਨਡਿਸਿਪਲਿਨ ਕ੍ਰੀਏਟ ਕੀਤਾ ਸੀਗਾ, ਜਿਹਦੀ ਸ਼ਿਕਾਇਤਾਂ ਪਾਰਟੀ ਹਾਈਕਮਾਂਡ ਤੱਕ ਵੀ ਆਪਾਂ ਪਹੁੰਚਾਈਆਂ। ਬਾਵਜੂਦ ਉਸ ਦੇ ਰਾਜਾ ਵੜਿੰਗ ਨੂੰ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ। ਫਿਰ ਕੰਪਲੇਂਟਾਂ ਕੀਤੀਆਂ, ਫਿਰ ਭਾਰਤ ਜੋੜੋ ਯਾਤਰਾ ਦੇ ਵਿੱਚ ਜਿੰਨੀਆਂ ਐਕਟੀਵਿਟੀਆਂ ਹੋਣੀਆਂ ਸੀਗੀਆਂ ਉਹਦੇ ਵਿੱਚ ਵੀ ਮਨਪ੍ਰੀਤ ਬਾਦਲ ਨੂੰ ਬੁਲਾਇਆ ਨਹੀਂ ਗਿਆ। ਇਹ ਜੈਜੀਤ ਜੋਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਉਸ ਭਾਰਤ ਜੋੜੋ ਯਾਤਰਾ ਦੇ ਇਵੈਂਟਸ ਦੇ ਵਿੱਚ ਨਹੀਂ ਬੁਲਾਇਆ ਗਿਆ, ਜੂਨੀਅਰ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ। ਤਾਂ ਇਹ ਜਿਹੜੇ ਆਰੋਪ ਨੇ ਇਹ ਸਾਫ਼ ਤੌਰ ਤੇ ਜੈਜੀਤ ਜੋਲ ਨੇ ਲਗਾਏ ਨੇ ਕਿ ਰਾਜਾ ਵੜਿੰਗ ਦੇ ਚਲਦਿਆਂ ਮਨਪ੍ਰੀਤ ਬਾਦਲ ਨੇ ਕਾਂਗਰਸ ਛੱਡੀ। ਦੂਜੇ ਪਾਸੇ ਬੀਜੇਪੀ ਦੇ ਮੰਚ ਤੇ ਬੈਠ ਕੇ ਵੀ ਮਨਪ੍ਰੀਤ ਬਾਦਲ ਨੇ ਇਹ ਕਿਹਾ ਕਿ ਪਾਰਟੀ ਦੇ ਅੰਦਰ, ਕਾਂਗਰਸ ਦੇ ਅੰਦਰ ਬਹੁਤ ਜ਼ਿਆਦਾ ਗੁੱਟਬਾਜੀ ਹੈ, ਬਹੁਤ ਜ਼ਿਆਦਾ ਲੜਾਈ ਹੈ ਅੰਦਰ ਹੀ ਅੰਦਰ, ਸਾਰਿਆਂ ਨੂੰ ਅਹੁਦਿਆਂ ਦੀ ਭੁੱਖ ਹੈ। ਇਹ ਮਨਪ੍ਰੀਤ ਬਾਦਲ ਦਾ ਆਰੋਪ ਹੈ, ਇਸ ਕਰਕੇ ਉਹਨਾਂ ਨੇ ਉਹ ਪਾਰਟੀ ਛੱਡਤੀ। ਨਹੀਂ, ਤੁਸੀਂ ਹਜੇ ਆਪਾਂ ਜ਼ਿਕਰ ਕੀਤਾ ਕਿ ਜਿਹੜੇ ਰਾਹੁਲ ਗਾਂਧੀ ਦੇ ਬਹੁਤ ਨੇੜੇ ਸੀ ਇਹ, ਤੇ ਰਾਹੁਲ ਗਾਂਧੀ ਜੇ ਬਹੁਤ ਨੇੜੇ ਸੀਗੇ ਤਾਂ ਜਿਹੜੀ ਤੁਸੀਂ ਹੁਣ ਗੱਲਾਂ ਕਹੀਆਂ ਕਿ ਜੀ ਜਦੋਂ ਮਨਪ੍ਰੀਤ ਬਾਦਲ ਚੋਣ ਲੜੇ ਨੇ ਤੇ ਉਦੋਂ ਖਿਲਾਫ ਤਕਰੀਬਨ ਐਕਟੀਵਿਟੀਆਂ ਸੀਗੀਆਂ ਇਹਨਾਂ ਦੀਆਂ, ਤੇ ਉਹ ਇਹ ਕੀ ਮਤਲਬ ਜਿਹੜਾ ਹਾਈ ਕਮਾਂਡ ਦੇ ਖਿਲਾਫ ਜਾ ਕੇ ਰਾਜਾ ਵੜਿੰਗ ਨੇ ਇਹ ਸਭ ਕੁਝ ਕੀਤਾ? ਨਹੀਂ, ਉਦੋਂ ਤਾਂ ਇਹ ਸੀਗੀ ਗੱਲਬਾਤ। ਉਹੀ ਜੈਜੀਤ ਜੋਲ ਇਹੀ ਆਰੋਪ ਲਗਾ ਰਹੇ ਨੇ ਕਿ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ, ਦੇਖੋ ਜਦੋਂ ਦੋਵੇਂ ਲੀਡਰ ਲੜ ਰਹੇ ਨੇ ਉਦੋਂ ਹਾਈ ਕਮਾਂਡ ਇੱਕ ਦੀ ਸਾਈਡ ਲਏਗੀ ਤੇ ਇਲੈਕਸ਼ਨਾਂ ਦੇ ਵਿੱਚ ਤਾਂ ਵੈਸੇ ਨੁਕਸਾਨ ਹੋਏਗਾ। ਤਾਂ ਹਾਈ ਕਮਾਂਡ ਦੀ ਨਜ਼ਰਾਂ ਦੇ ਵਿੱਚ ਸੀਗਾ ਨਹੀਂ ਸੀਗਾ। ਹਾਈ ਕਮਾਂਡ ਇਹ ਆਰੋਪ ਲਗਾਉਂਦੇ ਨੇ ਕਿ ਇਨਡਿਸਪਲਿਨ ਕ੍ਰੀਏਟ ਕੀਤਾ। ਰਾਜਾ ਵੜਿੰਗ ਆਰੋਪ ਲਗਾਉਂਦੇ ਨੇ ਕਿ ਗਿੱਦੜਬਾਹਾ ਦੇ ਵਿੱਚ ਰਾਜਾ ਵੜਿੰਗ ਨੂੰ ਹਰਾਉਣ ਦੀ ਪੂਰੀ ਕੋਸ਼ਿਸ਼ਾਂ ਮਨਪ੍ਰੀਤ ਬਾਦਲ ਦੇ ਵੱਲੋਂ ਕੀਤੀ ਗਈਆਂ। ਮਨਪ੍ਰੀਤ ਬਾਦਲ ਨੇ ਅਕਾਲੀ ਦਲ ਦੇ ਕੈਂਡੀਡੇਟ ਡਿੰਪੀ ਢਿੱਲੋਂ ਸੀਗੇ, ਉਹਨਾਂ ਦੀ ਮਦਦ ਕੀਤੀ। ਇਹ ਆਰੋਪ ਰਾਜਾ ਵੜਿੰਗ ਦੇ ਗੁੱਟ ਦੇ ਵੱਲੋਂ ਬਾਰ-ਬਾਰ ਆਉਂਦੇ ਰਹੇ। ਤਾਂ ਇਸ ਤਰ੍ਹਾਂ ਦੇ ਆਰੋਪ ਦੋਵਾਂ ਲੀਡਰਾਂ ਦੇ ਵਿੱਚ ਲੜਾਈ ਝਗੜਾ ਤੇ ਸੀਗਾ ਹੀ ਸੀਗਾ। ਪਰ ਜਦੋਂ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਤਾ ਤਾਂ ਮਨਪ੍ਰੀਤ ਬਾਦਲ, ਸੁਭਾਵਿਕ ਜੀ ਗੱਲ ਹੈ, ਜਦੋਂ ਉਹਨਾਂ ਦੀ ਰਾਜਾ ਵੜਿੰਗ ਨਾਲ ਬਣਦੀ ਨਹੀਂ ਤਾਂ ਉਹਨਾਂ ਨੇ ਉਸ ਪ੍ਰਧਾਨਗੀ ਦੇ ਹੇਠ ਕੰਮ ਕਰਨਾ ਪਸੰਦ ਨਹੀਂ ਕੀਤਾ। ਉਹ ਘਰ ਬੈਠ ਗਏ ਆਰਾਮ ਨਾਲ, ਉਹ ਕਿਸੇ ਐਕਟੀਵਿਟੀ ਦੇ ਵਿੱਚ ਨਜ਼ਰ ਨਹੀਂ ਆਏ। ਦੂਜੀ ਗੱਲ, ਉਸ ਤੋਂ ਬਾਅਦ ਜਿਹੜਾ ਤੁਸੀਂ ਸਵਾਲ ਮੈਨੂੰ ਕਰ ਰਹੇ ਹੋ, ਇਹੀ ਸਵਾਲ ਮੈਂ ਜੈਜੀਤ ਨੂੰ ਕੀਤਾ ਕਿ ਜੇ ਰਾਹੁਲ ਗਾਂਧੀ ਦੇ ਨਾਲ ਇੰਨੇ ਕਰੀਬੀ ਸੀਗੇ ਮਨਪ੍ਰੀਤ ਬਾਦਲ, ਤੇ ਕੀ ਰਾਹੁਲ ਗਾਂਧੀ ਨੇ ਮਨਪ੍ਰੀਤ ਬਾਦਲ ਦੀ ਗੱਲ ਨਹੀਂ ਸੁਣੀ? ਤਾਂ ਉਹਨਾਂ ਦਾ ਜਵਾਬ ਇਹ ਸੀਗਾ ਕਿ ਆਪਾਂ ਅੱਜ ਵੀ ਰਾਹੁਲ ਗਾਂਧੀ ਦੀ ਇੱਜ਼ਤ ਕਰਦੇ ਹਾਂ, ਅਸੀਂ ਰਾਹੁਲ ਗਾਂਧੀ ਦੇ ਖਿਲਾਫ ਕੁਝ ਨਹੀਂ ਬੋਲ ਰਹੇ। ਤਾਂ ਉਹਨਾਂ ਨੇ ਇਹ ਗੱਲ ਕਹਿ ਕੇ ਜਿਹੜਾ ਇਸ ਸਵਾਲ ਤੋਂ ਕਿਨਾਰਾ ਕਰ ਲਿਆ ਕਿ ਰਾਹੁਲ ਗਾਂਧੀ ਦੇ ਖਿਲਾਫ ਤੋਂ ਨਹੀਂ ਬੋਲ ਰਹੇ।
ਪਰ ਮੁਸ਼ਕਲ ਉਹਨਾਂ ਨੂੰ ਰਾਜਾ ਵੜਿੰਗ ਤੋਂ ਸੀਗੀ, ਤਾਂ ਰਾਜਾ ਵੜਿੰਗ ਦੇ ਕਾਰਨ ਉਹਨਾਂ ਨੇ ਇਹ ਕਹਿਣਾ ਉਹਨਾਂ ਦਾ ਕਿ ਅਸੀਂ ਕਾਂਗਰਸ ਜਿਹੜੀ ਹੈ ਉਹ ਛੱਡ ਦਿੱਤੀ। ਮਨਪ੍ਰੀਤ ਬਾਦਲ ਨੂੰ ਇਹ ਪਤਾ ਸੀਗਾ ਕਿ ਭਾਰਤ ਜੋੜੋ ਯਾਤਰਾ ਕਿਹੜੀ ਤਰੀਕ ਨੂੰ ਪੰਜਾਬ ਦੇ ਵਿੱਚ ਆ ਰਹੀ ਹੈ ਔਰ ਪੰਜਾਬ ਦੇ ਵਿੱਚ ਕਿੰਨੇ ਦਿਨ ਰਹਿਣੀ ਹੈ। ਇਸ ਦੇ ਬਾਵਜੂਦ ਮਨਪ੍ਰੀਤ ਬਾਦਲ ਬਿਲਕੁਲ ਭਾਰਤ ਜੋੜੋ ਯਾਤਰਾ ਦੇ ਵਿੱਚ ਕਿਤੇ ਵੀ ਨਹੀਂ ਆਏ। ਜਦੋਂ ਵੀ ਜੇ ਚਲੋ ਮੰਨ ਲਓ ਕਿਉਂਕਿ 10 ਦਿਨ ਦੇ ਕਰੀਬ ਯਾਨੀ 8 ਦਿਨ ਦੇ ਕਰੀਬ ਜਿਹੜੇ ਹੈਗੇ ਆ ਉਹ ਰਾਹੁਲ ਗਾਂਧੀ ਨੂੰ ਪੰਜਾਬ ਦੇ ਵਿੱਚ ਹੋ ਗਏ ਆ ਤੇ ਅੱਜ ਤਾਂ ਚਲੋ ਹਿਮਾਚਲ ਨੇ ਉਹ, ਲੇਕਿਨ ਇਹਦਾ ਮਤਲਬ ਕਿ ਇਹ ਜਿਹੜੀ ਐਕਟੀਵਿਟੀ ਸੀਗੀ ਇਹ ਪਹਿਲਾਂ ਕਾਫੀ ਦੇਰ ਤੋਂ ਚੱਲ ਰਹੀ ਹੈ ਮੈਨੂੰ ਲੱਗਦਾ ਹੈ, ਜੋ ਕਿ ਕਿਉਂਕਿ ਜੇ 8 ਦਿਨ ਜਿਹੜੀ ਯਾਤਰਾ ਹੋਈ ਹੈ ਉਹ 'ਚ ਉਹ ਸ਼ਾਮਲ ਨਹੀਂ ਹੋਏ ਔਰ 9ਵੇਂ ਦਿਨ ਜਿਹੜਾ ਹੈਗਾ ਉਹ ਹਿਮਾਚਲ 'ਚ ਹੁੰਦੇ ਆ ਤਾਂ ਬੀਜੇਪੀ 'ਚ ਸ਼ਾਮਲ ਹੋ ਜਾਂਦੇ ਆ। ਇਹਦੀ ਕੀ ਵਜ੍ਹਾ, ਜੇ ਇਹ ਉਹਨਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਸੰਕੇਤ ਸੀਗੇ ਤਾਂ ਕੀ ਕਾਂਗਰਸ ਹਾਈ ਕਮਾਨ ਨੂੰ ਇਹਦਾ ਨਹੀਂ ਇਲਮ ਹੋਇਆ ਹੋਣਾ? ਮੇਰੇ ਖਿਆਲ ਨਾਲ ਬਿਲਕੁਲ ਵੀ ਕਾਂਗਰਸ ਲਈ ਆਪਣੇ ਆਪ ਦੇ ਵਿੱਚ ਉਠਕਾ, ਕਿਉਂਕਿ ਅਕਸਰ ਅਸੀਂ ਵੀ ਬਤੌਰ ਜਰਨਲਿਸਟ ਸਾਨੂੰ ਥੋੜ੍ਹੀ ਜਿਹੀਆਂ ਜੇ ਕੋਈ ਸਿਆਸੀ ਹਵਾਵਾਂ ਚੱਲਦੀਆਂ ਨੇ ਉਹ ਕਨਫਰਮੇਸ਼ਨ ਤਾਂ ਉਦੋਂ ਹੀ ਹੁੰਦੀ ਹੈ ਜਦੋਂ ਕੋਈ ਚੀਜ਼ ਸਾਹਮਣੇ ਆ ਜਾਵੇ, ਪਰ ਕੁਝ ਜਿਹਨੂੰ ਆਪਾਂ ਕਹਿ ਦਿੰਦੇ ਕਿ ਸੂਤਰਾਂ ਤੋਂ ਕੋਈ ਚੀਜ਼ ਮਿਲੀ, ਕੋਈ ਹਿਲਜੁਲ ਹੋਵੇ ਤਾਂ ਉਹਦੀ ਚਰਚਾ ਥੋੜ੍ਹੀ ਬਹੁਤ ਹੁੰਦੀ ਹੈ। ਪਰ ਮਨਪ੍ਰੀਤ ਬਾਦਲ ਦਾ ਬੀਜੇਪੀ ਜੁਆਇਨ ਕਰਨ ਦੇ ਵਿੱਚ ਮੈਨੂੰ ਲੱਗਦਾ ਕਿ ਮੀਡੀਆ ਦੇ ਵਿੱਚ ਵੀ ਇੰਨੀ ਕੁ ਵੀ ਭਣਕ ਨਹੀਂ ਸੀਗੀ, ਔਰ ਜੇ ਮੀਡੀਆ ਦੇ ਵਿੱਚ ਇੰਨੀ ਕੁ ਵੀ ਭਣਕ ਨਹੀਂ ਸੀਗੀ ਤਾਂ ਫਿਰ ਕਾਂਗਰਸ ਤੱਕ ਵੀ ਕਿੱਥੋਂ ਭਣਕ ਪਹੁੰਚਣੀ ਸੀਗੀ। ਸਾਨੂੰ ਵੀ ਅੱਜ ਸਵੇਰੇ ਹੀ ਇੱਕਦਮ ਪਤਾ ਲੱਗਿਆ ਕਿ ਜਦੋਂ ਮਨਪ੍ਰੀਤ ਬਾਦਲ ਬੀਜੇਪੀ ਹੈੱਡਕੁਆਟਰ ਪਹੁੰਚਣ ਵਾਲੇ ਸੀ ਉਸ ਤੋਂ ਅੱਧਾ ਘੰਟਾ ਪਹਿਲੇ ਜਾਂ 1 ਘੰਟਾ ਪਹਿਲੇ ਇਹ ਖਬਰ ਬ੍ਰੇਕ ਹੋਈ ਹੈ ਕਿ ਮਨਪ੍ਰੀਤ ਬਾਦਲ ਬੀਜੇਪੀ ਜੁਆਇਨ ਕਰਨਗੇ। ਔਰ ਬੀਜੇਪੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਹੀ ਉਹਨਾਂ ਨੇ ਆਪਣੀ ਫੇਸਬੁੱਕ 'ਤੇ ਆਪਣਾ ਰੈਜੀਗਨੇਸ਼ਨ ਜਿਹੜਾ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ, ਉਹਦਾ ਫੋਟੋਕਾਪੀ ਪਾਤੀ। ਤਾਂ ਬਿਲਕੁਲ ਭਣਕ ਨਹੀਂ ਲੱਗਣ ਦਿੱਤੀ ਮਨਪ੍ਰੀਤ ਬਾਦਲ ਨੇ। ਹੋ ਸਕਦਾ ਹੈ ਕਿ ਬੀਜੇਪੀ ਵੀ ਇਸ ਗੱਲ ਤੋਂ ਗੁਰੇਜ਼ ਕਰ ਰਹੀ ਹੋਵੇ ਕਿ ਬਾਹਰ ਇਹ ਗੱਲ ਨਾ ਨਿਕਲੇ, ਕਿਉਂਕਿ ਮੈਂ ਜਿਵੇਂ ਤੁਹਾਨੂੰ ਜ਼ਿਕਰ ਕੀਤਾ ਕਿ ਰਾਹੁਲ ਗਾਂਧੀ ਦੇ ਬਹੁਤ ਕਰੀਬ ਨੇ ਮਨਪ੍ਰੀਤ ਬਾਦਲ, ਔਰ ਜੈਜੀਤ ਜੋਲ ਨੇ ਜਾਂ ਮਨਪ੍ਰੀਤ ਬਾਦਲ ਦੇ ਅੱਜ ਜੋ ਬੀਜੇਪੀ ਦੀ ਸਪੀਚ ਦਿੱਤੀ, ਬੀਜੇਪੀ ਦੇ ਮੰਚ ਤੋਂ ਜੋ ਆਪਣੀ ਸਪੀਚ ਰੱਖੀ ਹੈ, ਉਹਦੇ 'ਚ ਕਿਤੇ ਵੀ ਰਾਹੁਲ ਗਾਂਧੀ ਬਾਰੇ ਨਹੀਂ ਗਲਤ ਬੋਲੇ, ਕਾਂਗਰਸ ਹਾਈਕਮਾਂਡ ਬਾਰੇ ਗਲਤ ਨਹੀਂ ਬੋਲੇ। ਉਹ ਪੰਜਾਬ ਦੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਆਪਣੇ ਆਪ ਨੂੰ ਪਾਰਟੀ 'ਚੋਂ ਬਾਹਰ ਕਰਨ ਲਈ। ਆਪਣੇ ਆਪ ਜੋ ਉਹਨਾਂ ਨੇ ਫੀਲ ਕੀਤਾ ਪਾਰਟੀ ਦੇ ਵਿੱਚ ਰਹਿ ਕੇ, ਉਹ ਪੰਜਾਬ ਦੀ ਲੀਡਰਸ਼ਿਪ 'ਤੇ ਸਵਾਲ ਚੁੱਕ ਰਹੇ ਨੇ, ਉਹਨਾਂ ਨੇ ਨੈਸ਼ਨਲ ਹਾਈਕਮਾਂਡ ਦੇ ਸਵਾਲ ਨਹੀਂ ਚੁੱਕੇ। ਹੋ ਸਕਦਾ ਹੈ ਕਿ ਬੀਜੇਪੀ ਨੂੰ ਵੀ ਇਸ ਗੱਲ ਦਾ ਇਲਮ ਹੋਵੇ ਕਿ ਜੇ ਰਾਹੁਲ ਗਾਂਧੀ ਤੱਕ ਇਹ ਗੱਲ ਪਹੁੰਚੇ, ਔਰ ਰਾਹੁਲ ਗਾਂਧੀ ਹੈਗੇ ਵੀ ਪੰਜਾਬ 'ਚ ਨੇ, ਤਾਂ ਜੇ ਰਾਹੁਲ ਗਾਂਧੀ ਮਨਪ੍ਰੀਤ ਬਾਦਲ ਨੂੰ ਮਨਾਉਣ ਲਈ ਪਹੁੰਚ ਜਾਂਦੇ ਜਾਂ ਮਨਪ੍ਰੀਤ ਬਾਦਲ ਨਾਲ ਗੱਲ ਕਰ ਲੈਂਦੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੋ ਸਾਨੂੰ ਪਤਾ ਜਿੰਨਾ ਕੋ ਅਸੀਂ ਮਹਿਸੂਸ ਕੀਤਾ ਕਿ ਮਨਪ੍ਰੀਤ ਬਾਦਲ ਔਰ ਰਾਹੁਲ ਗਾਂਧੀ ਦੇ ਬਹੁਤ ਸਟਰੋਂਗ ਰਿਲੇਸ਼ਨ ਨੇ, ਬਹੁਤ ਸਟਰੋਂਗ ਬੌਂਡ ਸੀਗਾ ਆਪਸ ਦੇ ਵਿੱਚ। ਜੇ ਇਹ ਮਜ਼ਬੂਤ ਰਿਸ਼ਤਿਆਂ ਦੇ ਵਿੱਚ ਜੇ ਰਾਹੁਲ ਗਾਂਧੀ ਕੋਈ ਸਟੈਪ ਚੱਕ ਲੈਂਦੇ ਤਾਂ ਹੋ ਸਕਦਾ ਕਿ ਬੀਜੇਪੀ ਨੂੰ ਇਹ ਇਲਮ ਹੋਵੇ ਕਿ ਮਨਪ੍ਰੀਤ ਬਾਦਲ ਆਪਣਾ ਫੈਸਲਾ ਬਦਲ ਲੈਂਦੇ। ਇਸੇ ਕਰਕੇ ਸ਼ਾਇਦ ਬੀਜੇਪੀ ਨੇ ਭਣਕ ਤੱਕ ਨਹੀਂ ਲੱਗਣ ਦਿੱਤੀ, ਔਰ ਮਨਪ੍ਰੀਤ ਬਾਦਲ ਨੂੰ ਵੀ ਇਹੀ ਸਲਾਹ ਦਿੱਤੀ ਹੋਣੀ ਕਿ ਤੁਸੀਂ ਬਿਲਕੁਲ ਭਣਕ ਨਾ ਲੱਗਣ ਦਿਓ। ਜਦੋਂ ਉਹਨਾਂ ਦੀ ਗੱਡੀ ਬੀਜੇਪੀ ਹੈੱਡਕੁਆਟਰ ਐਂਟਰ ਕਰ ਰਹੀ ਸੀ ਉਸ ਤੋਂ 15 20 25 ਮਿੰਟ ਪਹਿਲਾਂ ਤੇ ਖਬਰ ਬ੍ਰੇਕ ਹੋਈ ਹੈ। ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਸੇਮ ਡੇ ਰਿਜ਼ਾਈਨ ਕਰਨਾ ਔਰ ਉਸ ਤੋਂ ਤੁਰੰਤ ਬਾਅਦ ਬੀਜੇਪੀ ਜੁਆਇਨ ਕਰ ਲੈਣਾ, ਇਹ ਕਿਤੇ ਨਾ ਕਿਤੇ ਬੀਜੇਪੀ ਦੀ ਸਲਾਹ ਹੋਣੀ ਕਿ ਵੀ ਤੁਸੀਂ ਰਿਜ਼ਾਈਨ ਵੀ ਪਹਿਲਾਂ, ਕਿਉਂਕਿ ਬਾਕੀ ਜਿਹੜੇ ਲੀਡਰ ਕਈ ਜਿਹੜੇ ਹੈਗੇ ਪਹਿਲਾਂ ਰਿਜ਼ਾਈਨ ਪਾ ਬੀਜੇਪੀ ਸ਼ਾਮ ਪਹਿਲਾਂ ਰਿਜ਼ਾਈਨ ਪਾ ਦਿੰਦੇ ਨੇ, ਰੌਲਾ ਪੈ ਜਾਂਦਾ। ਤੇ ਸ਼ਾਇਦ ਰਾਹੁਲ ਗਾਂਧੀ ਦੀ ਯਾਤਰਾ ਔਰ ਐਟ ਏ ਟਾਈਮ ਰਿਜ਼ਾਈਨ ਪਾਣਾ, ਇਹ ਦੋਨਾਂ ਦੇ ਵਿੱਚ ਸਿਮਿਲਰਿਟੀ ਜਿਹੜੀ ਹੈ ਇਹ ਹੈਗੀ ਹੈ। ਹਾਂ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬੀਜੇਪੀ ਨੂੰ ਇਲਮ ਹੋਣਾ ਕਿ ਉਹ ਰਾਹੁਲ ਗਾਂਧੀ ਨਾਲ, ਜੇ ਰਾਹੁਲ ਗਾਂਧੀ ਨੂੰ ਪਤਾ ਲੱਗ ਜਾਂਦਾ ਤੇ ਸ਼ਾਇਦ ਉਹ ਕੋਸ਼ਿਸ਼ ਕੋਈ ਨਾ ਕੋਈ ਕਰ ਲੈਂਦੇ ਮਨਪ੍ਰੀਤ ਬਾਦਲ ਨੂੰ ਮਨਾਉਣ ਦੀ, ਉਹਨਾਂ ਦਾ ਫੈਸਲਾ ਬਦਲਣ ਦੀ, ਉਹਨਾਂ ਨੂੰ ਆਪਣੇ ਨਾਲ ਰੱਖਣ ਦੀ। ਤਾਂ ਇਸ ਕਰਕੇ ਬੀਜੇਪੀ ਨੇ ਵੀ ਇਹੀ ਚੀਜ਼ ਖੇਡੀ ਕਿ ਬਿਲਕੁਲ ਪਤਾ ਤੱਕ ਨਹੀਂ ਲੱਗਣ ਦਿੱਤਾ। ਜਿਵੇਂ ਤੁਸੀਂ ਜ਼ਿਕਰ ਕੀਤਾ, ਰਿਜ਼ਾਈਨ ਦੇ ਅੱਧਾ ਘੰਟਾ ਬਾਅਦ ਤੇ ਉਹ ਬੀਜੇਪੀ ਦਾ ਕਮਲ ਦਾ ਫੁੱਲ ਹੱਥ 'ਚ ਫੜੀ ਬੈਠੇ ਸੀਗੇ, ਹੱਥ 'ਚ ਫੜੀ ਬੈਠੇ ਮਤਲਬ ਕਮਲ ਦਾ ਫੁੱਲ ਦਾ ਪਰਨਾ ਉਹਨਾਂ ਨੇ ਗਲੇ ਦੇ ਵਿੱਚ ਪਾ ਲਿਆ ਸੀਗਾ, ਗਲੇ ਦੇ ਵਿੱਚ ਉਹਨਾਂ ਨੇ ਪਰਨਾ ਪਾਇਆ, ਬੀਜੇਪੀ 'ਚ ਸ਼ਾਮਲ ਹੋ ਗਏ, ਪੀਯੂਸ਼ ਗੋਇਲ ਨੇ ਉਹਨਾਂ ਨੂੰ ਸ਼ਾਮਲ ਕਰਾਇਆ। ਤਾਂ ਸੁਭਾਵਿਕ ਜੀ ਗੱਲ ਹੈ ਕਿ ਜਿਹੜਾ ਮਨਪ੍ਰੀਤ ਬਾਦਲ ਨੂੰ ਵੀ ਉਹਨਾਂ ਨੇ ਕਿਹਾ ਹੋਏਗਾ ਕਿ ਤੁਸੀਂ ਬਿਲਕੁਲ ਇਸ ਗੱਲ ਦਾ ਜ਼ਿਕਰ ਨਹੀਂ ਕਰਨਾ ਕਿ ਬੀਜੇਪੀ ਦੇ ਵਿੱਚ ਆ ਰਹੇ ਹੋ। ਦੂਜਾ, ਬੀਜੇਪੀ ਨੇ ਇਹ ਟਾਈਮਿੰਗ ਇਸ ਕਰਕੇ ਚੁਣੀ ਕਿ ਭਾਰਤ ਜੋੜੋ ਯਾਤਰਾ ਪੰਜਾਬ 'ਚੋਂ ਨਿਕਲ ਕੇ ਜਾ ਰਹੀ ਹੈ। ਅੱਜ ਹਿਮਾਚਲ 'ਚ ਹੈ ਬੇਸ਼ੱਕ, ਪਰ ਹੈ ਤਾਂ ਲਗਭਗ ਪੰਜਾਬ ਦੇ ਇਹਨੂੰ ਰੂਟ ਕਵਾਂਗੇ। ਹਿਮਾਚਲ 'ਚ ਵੀ ਜਦੋਂ ਆਪਾਂ ਮੁਕੇਰੀਆਂ ਤੋਂ ਪਠਾਨਕੋਟ ਵੱਲ ਨੂੰ ਜਾਂਦੇ ਹਾਂ ਤਾਂ ਥੋੜ੍ਹਾ ਜਿਹਾ ਹਿੱਸਾ ਜਿਹੜਾ ਹਿਮਾਚਲ ਪ੍ਰਦੇਸ਼ ਦਾ ਜੰਮੂ ਹਾਈਵੇ ਦੇ ਵਿੱਚ ਆਉਂਦਾ ਹੀ ਜਾਂਦਾ, ਪਠਾਨਕੋਟ ਜਾਣ ਲਈ ਆਉਂਦਾ ਹੀ ਜਾਂਦਾ, ਤੇ ਉਹ ਥੋੜਾ ਜਿਹਾ ਹਿੱਸੇ ਦੇ ਵਿੱਚ ਅੰਦਰ ਨੂੰ ਪਿੰਡਾਂ ਦੇ ਵਿੱਚ ਗਏ ਨੇ। ਤਾਂ ਹੈ ਤੇ ਓਵਰਆਲ ਇਹ ਪੰਜਾਬ ਦੀ ਯਾਤਰਾ ਹੀ ਹੈ, ਤੇ ਪੰਜਾਬ ਦੇ ਵਿੱਚ ਯਾਤਰਾ ਹੋਣੀ, ਪੰਜਾਬ ਦੀ ਕਾਂਗਰਸ ਸਟਰੋਂਗ ਹੋ ਰਹੀ ਸੀਗੀ। ਇਹ ਮੈਸੇਜ ਬੜਾ ਕਲੀਅਰ ਸੀਗਾ ਕਿ ਪੰਜਾਬ ਦੇ ਕਾਂਗਰਸ ਸਾਰੇ ਲੀਡਰ ਜਿਹੜੇ ਨੇ ਉਹ ਲਗਾਤਾਰ ਉਹਨਾਂ ਦੇ ਪੰਜਾਬ ਦੇ ਕਾਂਗਰਸ ਵਰਕਰਾਂ ਦੇ ਵਿੱਚ ਰਾਹੁਲ ਗਾਂਧੀ ਦੀ ਜ਼ਮੀਨ ਤੇ ਆਉਣ ਤੋਂ ਬਾਅਦ ਜੋਸ਼ ਸੀਗਾ, ਕਿਉਂਕਿ ਪੰਜਾਬ ਦੇ ਵਿੱਚ ਹੀ ਤੇ ਇਲੈਕਸ਼ਨ ਹਾਰੇ ਨੇ, ਬਾਕੀ ਸਟੇਟਾਂ ਦੇ ਵਿੱਚ ਤਾਂ ਸਥਿਤੀ ਹੋਰ ਹੈ। ਜਦੋਂ ਪੰਜਾਬ ਦੇ ਵਿੱਚ ਐਂਟਰ ਕੀਤੇ ਭਾਰਤ ਜੋੜੋ ਯਾਤਰਾ, ਤੇ ਇੱਥੇ ਵਰਕਰਾਂ ਦੇ ਵਿੱਚ ਜੋਸ਼ ਆ ਗਿਆ ਜਿਹੜੇ ਮਾਯੂਸ ਹੋ ਗਏ ਸੀਗੇ 2022 ਦੇ ਵਿਧਾਨ ਸਭਾ ਦੇ ਨਤੀਜਿਆਂ ਤੋਂ ਬਾਅਦ। ਤਾਂ ਜਦੋਂ ਬੀਜੇਪੀ ਨੇ ਵੀ ਦੇਖਿਆ ਹੋਊਗਾ ਕਿ ਇੱਥੇ ਵਰਕਰਾਂ 'ਚ ਬੜਾ ਜੋਸ਼ ਹੈ, ਤੇ ਉਦੋਂ ਇਹਨਾਂ ਨੇ ਇਹ ਲੈ ਕੇ ਜਿਹੜੀ ਹੈ, ਮੈਂ ਇਹਨੂੰ ਕਹਿ ਸਕਦਾ ਕਿ ਸਿਆਸੀ ਸਰਜੀਕਲ ਸਟ੍ਰਾਈਕ ਹੈ।
ਜਦੋਂ ਯਾਤਰਾ ਸ਼ਾਮਲ ਹੋਈ ਹੈ, ਆਪਾਂ ਕਿਉਂਕਿ ਹਜੇ ਕਾਂਗਰਸ ਦਾ ਹੀ ਜ਼ਿਕਰ ਕਰ ਰਹੇ, ਬੀਜੇਪੀ ਦਾ ਵੀ ਕਰਾਂਗੇ। ਜਦੋਂ ਯਾਤਰਾ ਸ਼ਾਮਲ ਹੋਈ ਹੈ ਉਦੋਂ ਵੀ ਕੁਝ ਗੁੱਟਬੰਦੀ ਜਿਹੜੀ ਹੈਗੀ ਆ ਉਹ ਦੇਖਣ ਨੂੰ ਮਿਲੀ। ਜਿਹੜੇ ਚੰਨੀ ਸੀਗੇ ਉਹ ਵੀ ਥੋੜ੍ਹੇ ਮਾਯੂਸ ਸੀਗੇ ਯਾਤਰਾ ਨੂੰ ਲੈ ਕੇ, ਕਿਉਂਕਿ ਉਹਨਾਂ ਨੂੰ ਵੀ ਉਹਨਾਂ ਦੇ ਕੱਦ ਦੇ ਹਿਸਾਬ ਨਾਲ ਐਕਸ CM ਰਹੇ ਨੇ ਉਹ। ਰਾਜਾ ਵੜਿੰਗ ਬੇਸ਼ੱਕ ਇਸ ਵੇਲੇ ਮੌਜੂਦਾ ਪ੍ਰਧਾਨ ਨੇ, ਲੇਕਿਨ ਰਾਜਾ ਵੜਿੰਗ ਜ਼ਿਆਦਾ ਨਾਲ ਰਹੇ ਨੇ, ਪ੍ਰਤਾਪ ਸਿੰਘ ਬਾਜਵਾ ਜ਼ਿਆਦਾ ਨਾਲ ਰਹੇ ਨੇ, ਯਾਨੀ ਜਿਹੜੇ ਪ੍ਰੋਮੀਨੈਂਟ ਲੀਡਰ ਹੈਗੇ ਆ ਉਹੀ ਨਾਲ ਰਹੇ ਕਿਤੇ ਨਾ ਨੇ। ਕਿਤੇ ਤੁਸੀਂ ਮਤਲਬ ਮੈਂ ਤੁਹਾਡੀ ਗੱਲ ਸਮਝਾਂਗਾ ਕਿ ਪ੍ਰਤਾਪ ਬਾਜਵਾ ਔਰ ਰਾਜਾ ਵੜਿੰਗ ਤੇ ਬਿਲਕੁਲ ਨਾਲ ਨੇ। ਹੋ ਸਕਦਾ ਹੈ ਕਿ ਉਹ PPCC ਪ੍ਰੈਜ਼ੀਡੈਂਟ ਨੇ, ਇਸ ਕਰਕੇ ਉਹਨਾਂ ਦਾ ਨਾਲ ਰਹਿਣਾ ਸੁਭਾਵਕ ਵੀ ਗੱਲ ਹੈ। ਦੂਜਾ ਇੱਕ ਗੱਲ ਇਹ ਵੀ ਹੈ ਕਿ ਚਰਨਜੀਤ ਸਿੰਘ ਚੰਨੀ ਵੀ ਨਜ਼ਰ ਆਉਂਦੇ ਨੇ। ਗੁੱਟਬਾਜੀ ਥੋੜ੍ਹੀ ਬਹੁਤ ਤਾਂ ਚਲੋ ਹੈ ਹੀ ਹੈ, ਇਹਦੇ 'ਚ ਤਾਂ ਨਾ ਕੀਤੀ ਨਹੀਂ ਨਾ ਜਾ ਸਕਦੀ, ਜਿੰਨਾ ਮਰਜ਼ੀ ਕਾਂਗਰਸੀ ਲੀਡਰ ਕਹਿ ਦੇਣ। ਗੁੱਟਬਾਜੀ ਤਾਂ ਕਿਤੇ ਨਾ ਕਿਤੇ ਹੈਗੀ ਹੈ, ਪਰ ਫਿਰ ਵੀ ਇਕੱਠੇ ਵਿਖਾਈ ਦਿੱਤੇ ਨੇ। ਹੁਣ ਗੁੱਟਬਾਜੀ ਵੱਲ ਧਿਆਨ ਨਹੀਂ ਜਾ ਰਿਹਾ ਸੀਗਾ ਕਿ ਮਨਪ੍ਰੀਤ ਬਾਦਲ ਤੇ ਆ ਹੀ ਨਹੀਂ ਰਹੇ, ਜ਼ਿਆਦਾ ਕਿਸੇ ਦਾ ਧਿਆਨ ਵੀ ਨਹੀਂ ਗਿਆ ਔਰ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਕਿ ਅਸਲੀ ਗੁੱਟਬਾਜੀ ਤੇ ਇਹ ਹੋਈ ਨਾ ਕਿ ਜਿਹੜੇ ਤਾਂ ਆ ਹੀ ਗਏ, ਜਿਹੜੇ ਤਾਂ ਸ਼ਾਮਲ ਹੋ ਹੀ ਗਏ, ਚਾਹੇ ਉਹ ਚਰਨਜੀਤ ਸਿੰਘ ਚੰਨੀ ਨੇ, ਪ੍ਰਤਾਪ ਬਾਜਵਾ ਨੇ, ਚਾਹੇ ਸੁਖਜਿੰਦਰ ਰੰਧਾਵਾ ਨੇ, ਚਾਹੇ ਰਾਜਾ ਵੜਿੰਗ ਨੇ, ਜਦੋਂ ਉਹ ਸ਼ਾਮਲ ਹੀ ਹੋ ਗਏ ਤਾਂ ਫਿਰ ਤਾਂ ਗੁੱਟਬਾਜੀ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਗੁੱਟਬਾਜੀ ਨਹੀਂ ਹੈਗੀ। ਜਿਹੜਾ ਸ਼ਾਮਲ ਹੀ ਨਹੀਂ ਹੋਇਆ ਸੀਗਾ ਉਹ ਗੁੱਟਬਾਜੀ ਸੀਗੀ। ਮਨਪ੍ਰੀਤ ਬਾਦਲ ਨਾਰਾਜ਼ ਸੀਗੇ ਔਰ ਉਹਨਾਂ ਨੇ ਭਣਕ ਵੀ ਨਹੀਂ ਲੱਗਣ ਦਿੱਤੀ ਔਰ BJP ਦੇ ਵਿੱਚ ਸ਼ਾਮਲ ਹੋ ਗਏ। ਦੂਜੀ ਗੱਲ ਰਾਣਾ ਜੀ, ਜਿਹੜਾ ਭਾਰਤ ਜੋੜੋ ਯਾਤਰਾ ਦੇ ਵਿੱਚ ਜਿਹੜੇ ਬਾਕੀ ਲੀਡਰਾਂ ਦੀ ਮੈਂ ਜੋ ਮਹਿਸੂਸ ਕਰਦਾ ਗੱਲ, ਰਾਜਾ ਵੜਿੰਗ ਦਾ ਨਾਲ ਰਹਿਣ ਦਾ ਮਤਲਬ ਇਹ ਵੀ ਹੈ ਥੋੜ੍ਹਾ ਜਿਹਾ ਯੰਗ ਨੇਤਾ ਨੇ, ਚੱਲ ਫਿਰ ਜ਼ਿਆਦਾ ਲੈਂਦੇ ਨੇ। ਰਾਹੁਲ ਗਾਂਧੀ ਦੇ ਨਾਲ ਹੁਣ ਰੋਜ਼ ਦਾ 20-25 ਕਿਲੋਮੀਟਰ ਜੇ ਚੱਲਣਾ ਹੈ ਤਾਂ ਉਹਨੂੰ ਵਾਕ ਕਰਨੀ ਹੈ, ਤਾਂ ਸੁਭਾਵਕ ਜੀ ਗੱਲ ਹੈ ਕਿ ਜਿਹੜੇ ਥੋੜ੍ਹੇ ਜਿਹੇ ਜਿਨ੍ਹਾਂ ਦੀ ਲੀਡਰਾਂ ਦੀ ਏਜ ਜ਼ਿਆਦਾ ਹੈ ਉਹ ਜ਼ਿਆਦਾ ਨਹੀਂ ਵੀ ਤੁਰ ਪਾਉਂਦੇ, ਉਹ ਜ਼ਿਆਦਾ ਨਹੀਂ ਵੀ ਨਾਲ ਚੱਲ ਪਾਉਂਦੇ। ਇੱਕ ਰੀਜ਼ਨ, ਮੋਟਾ ਰੀਜ਼ਨ ਮੈਨੂੰ ਇਹ ਵੀ ਲੱਗਦਾ ਕਿ ਜਿਹੜਾ ਜ਼ਿਆਦਾ ਰਾਜਾ ਵੜਿੰਗ ਨਾਲ ਨਜ਼ਰ ਆ ਰਹੇ ਨੇ ਉਹ ਉਹਨਾਂ ਦੀ ਸਮਰੱਥਾ ਹੈਗੀ ਹੈ ਚੱਲਣ ਦੀ, ਇਸ ਕਰਕੇ ਉਹ ਰਾਹੁਲ ਗਾਂਧੀ ਦੇ ਨਾਲ ਜ਼ਿਆਦਾ ਨਜ਼ਰ ਆ ਰਹੇ ਨੇ। ਔਰ ਦੂਜਾ PPCC ਪ੍ਰੈਜ਼ੀਡੈਂਟ ਤੇ ਹੈਗੇ ਨੇ। ਨਹੀਂ, ਜਿੱਦਾਂ ਮੈਂ ਕੱਲ ਵੀ ਦੇਖਿਆ ਕਿ ਰਾਜਾ ਵੜਿੰਗ ਆਪ ਤਾਂ ਸੀਗੇ ਹੀ ਸੀਗੇ, ਉਹਨਾਂ ਦੀ ਵਾਈਫ ਵੀ ਨਾਲ ਰਾਹੁਲ ਗਾਂਧੀ ਦੇ ਚੱਲ ਰਹੀ ਸੀਗੀ, ਅੱਜ ਉਹਨਾਂ ਦੇ ਬੱਚੇ ਵੀ ਮਤਲਬ ਨਾਲ ਰਾਹੁਲ ਗਾਂਧੀ ਦੇ ਚੱਲ ਰਹੇ। ਇਹ ਕੁਝ ਜ਼ਿਆਦਾ ਨਹੀਂ ਹੋ ਗਿਆ? ਕਿਉਂਕਿ ਪਹਿਲਾਂ ਇੱਦਾਂ ਤਕਰੀਬਨ ਜਿਹੜਾ ਹੈਗਾ ਉਹ ਹੁੰਦਾ ਨਹੀਂ ਰਿਹਾ ਵੀ ਠੀਕ ਹੈ ਕਿ ਇੱਕ ਪ੍ਰੈਜ਼ੀਡੈਂਟ ਹੈ, ਇੱਕ ਲੀਡਰ ਜਿਹੜਾ ਹੈ, ਅਤੇ ਉਸ ਦੇ ਬਾਅਦ ਇਹ ਪਰਿਵਾਰ ਨੂੰ ਇੱਕਦਮ ਆਪਣੇ ਆਪ ਨੂੰ ਹੀ ਮਤਲਬ ਨਾਲ ਰੱਖਣਾ, ਜਾਂ ਕਿਸੇ ਨੂੰ ਵੀ ਇਹ ਗੱਲ ਦਾ ਥੋੜ੍ਹਾ ਬਹੁਤ ਇਤਰਾਜ਼ ਹੋ ਸਕਦਾ ਹੈ, ਖਾਸ ਕਰ ਜਿਹੜੇ ਵੱਡੇ ਲੀਡਰ ਨੇ। ਇਹ ਤਾਂ ਹੁਣ ਲੀਡਰ ਹੀ ਦੱਸ ਸਕਦੇ ਨੇ ਲੀਡਰਾਂ ਨੂੰ ਇਤਰਾਜ਼ ਹੈ ਜਾਂ ਨਹੀਂ ਹੈ, ਪਰ ਇਸ ਤਰ੍ਹਾਂ ਹੈ ਕਿ ਬੜਾ ਲੰਬਾ ਸਟ੍ਰੈਚ ਹੈ ਜੋ ਮੈਂ ਮਹਿਸੂਸ ਕੀਤਾ। ਉਹ ਜੇ ਲੀਡਰਾਂ ਦੇ ਅੰਦਰ ਨਾਰਾਜ਼ਗੀ ਹੈਗੀ ਕਿ ਨਹੀਂ ਹੈਗੀ, ਉਹ ਤਾਂ ਹੁਣ ਜਿਹੜਾ ਪ੍ਰਧਾਨ ਆ ਉਹਨੇ ਮਾੜੀ ਮੋਟੀ ਤੇ ਆਪਣੀ ਪ੍ਰਧਾਨਗੀ ਦਾ ਫਿਰ ਪ੍ਰਧਾਨਗੀ ਦਾ ਫਾਇਦਾ ਤਾਂ ਲੈਣਾ ਹੀ ਹੈ ਨਾ। ਜੋ ਪ੍ਰਧਾਨ ਹੀ ਉਹੀ ਹੈ ਤਾਂ ਉਹਨੇ ਫਾਇਦਾ ਉਹਨਾਂ ਨੇ ਲੈਣਾ ਹੀ ਹੈ, ਆਪਣੇ ਪਰਿਵਾਰ ਨੂੰ ਵੀ ਮਿਲਾਉਣਾ ਲੀਡਰ ਦੇ ਨਾਲ ਰਾਹੁਲ। ਇਹ ਤਾਂ ਸੁਭਾਵਕ ਜੀ ਗੱਲ ਹੈ, ਮੈਨੂੰ ਲੱਗਦਾ ਕੋਈ ਵੀ ਹੋਰ ਹੁੰਦਾ ਉਹਨੇ ਇਹ ਚੀਜ਼ ਕਰਨੀ ਸੀਗੀ। ਪਰ ਜੇ ਪਰਿਵਾਰ ਦੀ ਗੱਲ ਹੀ ਕਰਨੀ ਹੈ ਆਪਾਂ, ਤੇ ਕੱਲ੍ਹ ਪ੍ਰਤਾਪ ਬਾਜਵਾ ਦੇ ਪਤਨੀ ਵੀ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਏ। ਜੇ ਪਰਿਵਾਰ ਦੀ ਆਪਾਂ ਗੱਲ ਕਰਦੇ ਹਾਂ ਤਾਂ ਨਵਜੋਤ ਕੌਰ ਸਿੱਧੂ ਉਹਨਾਂ ਦੇ ਬੇਟੇ ਨਾਲ ਸ਼ਾਮਲ ਹੋਏ। ਤਾਂ ਇਸ ਤਰ੍ਹਾਂ ਪਰਿਵਾਰ ਇੱਕ ਮੈਂਬਰ ਹੋਰਾਂ ਜਿਹੜੇ ਲੀਡਰ ਨੇ ਉਹਨਾਂ ਦੇ ਵੀ ਪਰਿਵਾਰਕ ਮੈਂਬਰ ਦੇ ਨਾਲ ਸ਼ਾਮਲ ਕਰਵਾ ਹੀ ਰਹੇ ਨੇ ਭਾਰਤ ਜੋੜੋ ਯਾਤਰਾ ਦੇ ਵਿੱਚ। ਤਾਂ ਅਮੂਮਨ ਜੀ ਗੱਲ ਹੈ ਕਿ ਜਿਹੜੇ ਲੀਡਰ ਹੈਗੇ ਨੇ ਉਹ ਫਾਇਦਾ ਤਾਂ ਚੱਕਣਗੇ ਕਿਸੇ ਨਾ ਕਿਸੇ ਤਰ੍ਹਾਂ ਕਿ ਚਲੋ ਸਾਡਾ ਨੇਤਾ, ਸਾਡਾ ਲੀਡਰ ਆਇਆ, ਸਾਨੂੰ ਜੇ ਅੰਦਰ ਆਉਣ ਦੀ ਪਰਮਿਸ਼ਨ ਹੈ ਅਤੇ ਪਰਿਵਾਰ ਨੂੰ ਵੀ ਨਾਲ ਮਿਲਾਓ। ਇਹ ਅਮੂਮਨ ਆਪਾਂ ਦੇਖਿਆ। ਇੰਦਰਪੀਰ ਬੁਲਾਰੀਆ ਟਾਂਡੇ 'ਚ ਇੰਦਰਪੀਰ ਬੁਲਾਰੀਆ ਦਾ ਪਰਿਵਾਰ ਸੀਗਾ, ਉਹਨਾਂ ਨੇ ਸਟੇਜ ਲਾਈ ਸੀ ਅਤੇ ਉੱਥੇ ਉਹਨਾਂ ਦਾ ਬੱਚਾ ਸੀਗਾ, ਉਹਨਾਂ ਨੇ ਆਪਣੇ ਬੱਚੇ ਨੂੰ ਰਾਹੁਲ ਗਾਂਧੀ ਨਾਲ ਮਿਲਵਾਤਾ ਇੱਦਾਂ। ਅੱਛਾ, ਹੁਣ ਆਪਾਂ ਕਰਦੇ ਹਾਂ ਗੱਲ BJP ਦੀ। ਹੁਣ ਮਨਪ੍ਰੀਤ ਬਾਦਲ ਵਰਗਾ ਇੱਕ ਲੀਡਰ ਜਿਹੜਾ ਮਾਲਵਾ ਦਾ ਬਹੁਤ ਵੱਡਾ ਨਾਮ, ਮਾਲਵਾ ਦਾ ਕੀ ਪੰਜਾਬ ਦੀ ਰਾਜਨੀਤੀ 'ਚ ਬਹੁਤ ਵੱਡਾ ਨਾਮ ਹੈ, ਔਰ ਬਾਦਲ ਪਰਿਵਾਰ ਨਾਲ ਖਾਸ ਕਰਕੇ ਰਿਲੇਸ਼ਨ ਰੱਖਦੇ ਨੇ, ਸਕੀ ਰਿਸ਼ਤੇਦਾਰੀ ਹੈ, ਅਤੇ ਉਹ ਅਕਾਲੀ ਦਲ ਤਾਂ ਉਹਨਾਂ ਨੇ ਛੱਡ ਹੀ ਦਿੱਤਾ ਸੀ, ਆਪਣੀ ਪਾਰਟੀ ਬਣਾਈ, ਔਰ ਅੱਜ ਉਹ ਜਿਹੜੀ ਮੌਜੂਦਾ ਪਾਰਟੀ ਹੈਗੀ ਕਾਂਗਰਸ, ਉਹਦੇ ਨੂੰ ਛੱਡ ਕੇ ਵੀ BJP ਸ਼ਾਮਲ ਹੋ। ਤੁਸੀਂ BJP ਨੂੰ ਕਿੱਥੇ ਖੜੀ ਦੇਖਦੇ ਹੋ? BJP ਇਸ ਤਰ੍ਹਾਂ ਪੰਜਾਬ ਦੇ ਵਿੱਚ ਗਰੋ ਕਰ ਰਹੀ ਹੈ। ਆਮ ਤੌਰ 'ਤੇ ਕੀ ਹੁੰਦਾ ਸੀਗਾ ਕਿ ਧਾਰਨਾ ਹੁੰਦੀ ਸੀ ਕਿ BJP ਹਿੰਦੂਆਂ ਦੀ ਪਾਰਟੀ ਹੈ, ਹਿੰਦੂ ਚਿਹਰੇ ਨੇ, ਅਤੇ ਉਹਨੂੰ ਲੈ ਕੇ ਪੰਜਾਬ ਦੇ ਵਿੱਚ ਸ਼ਾਇਦ ਇਸੇ ਕਰਕੇ ਨਤੀਜੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਜੋ ਉਮੀਦਾਂ ਦੇ ਮੁਤਾਬਕ BJP ਨੂੰ ਨਹੀਂ ਮਿਲਦੇ ਰਹੇ ਨੇ। ਔਰ ਕਿਸਾਨ ਅੰਦੋਲਨ ਤੋਂ ਬਾਅਦ ਤਾਂ ਵੈਸੇ BJP ਦਾ ਗ੍ਰਾਫ ਜਿਹੜਾ ਉਹ ਜ਼ਿਆਦਾ ਡਾਊਨ ਆ ਗਿਆ ਸੀਗਾ। ਬੇਸ਼ੱਕ ਜਿਹੜੇ 3 ਖੇਤੀ ਕਾਨੂੰਨ ਹੈ ਉਹਨਾਂ ਨੇ ਵਾਪਸ ਲੈ ਲਏ ਸੀਗੇ। ਹਿੰਦੂਆਂ ਦੀ ਪਾਰਟੀ ਹੁਣ ਇੱਕ ਮੈਸੇਜ ਜਾਣਾ ਕਿ ਹਿੰਦੂਆਂ ਦੀ ਪਾਰਟੀ ਹੈ, ਔਰ ਦੂਜਾ ਖੇਤੀ ਕਾਨੂੰਨਾਂ ਤੋਂ ਬਾਅਦ ਇੱਕ ਤਬਕਾ ਕਿਸਾਨ ਨਾਰਾਜ਼ ਸੀਗੇ, ਤਾਂ ਉਹਦੇ ਨਾਲ BJP ਨੂੰ ਸੱਟ ਤਾਂ ਵੱਜੀ ਸੀਗੀ। ਪਰ ਜਦੋਂ ਹੁਣ ਅਕਾਲੀ ਦਲ ਦੇ ਨਾਲ ਅਲਾਇੰਸ ਨਹੀਂ ਔਰ ਇਕੱਲੇ ਇਲੈਕਸ਼ਨ ਲੜਨਾ, ਇਹਦੇ ਵਿੱਚ ਜਦੋਂ BJP 'ਚ ਤੁਸੀਂ ਦੇਖੋਗੇ ਕਿ ਜਿੰਨੇ ਜੱਟ ਸਿੱਖ ਚਿਹਰੇ ਵੱਧਦੇ ਜਾ ਰਹੇ ਨੇ, ਤਾਂ ਜਦੋਂ ਪਾਰਟੀ ਦੇ ਵਿੱਚ ਚਿਹਰੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕੰਮ ਕਰਨਾ, ਜਦੋਂ ਚਿਹਰੇ ਹੀ ਨਜ਼ਰ ਆਉਣ ਲੱਗ ਪੈਣਗੇ ਕਿ ਇਹ ਸਾਰੇ ਜੱਟ ਸਿੱਖ ਨੇ, ਤਾਂ ਉਹ ਜਿਹੜੀ ਧਾਰਨਾ ਲੋਕਾਂ ਦੀ ਹੈਗੀ ਹੈ ਕਿ ਇਹ ਹਿੰਦੂਆਂ ਦੀ ਪਾਰਟੀ ਹੈ, ਉਹਨੂੰ ਤੋੜਨ ਦੇ ਵਿੱਚ BJP ਜ਼ਰੂਰ ਕਾਮਯਾਬ ਕਿਤੇ ਨਾ ਕਿਤੇ ਹੋਏਗੀ। ਇੱਕ ਪ੍ਰੋਮੀਨੈਂਟ ਸਿੱਖ ਚਿਹਰਾ ਲੈ ਕੇ ਆਉਣਾ ਸਿਰਫ ਮਨਪ੍ਰੀਤ ਬਾਦਲ ਨਹੀਂ, ਉਸ ਤੋਂ ਪਹਿਲਾਂ ਵੀ ਤੁਸੀਂ ਦੇਖੋ
ਕਈ ਵੱਡੇ ਸਿੱਖ ਚਿਹਰੇ ਜਿਹੜੇ ਨੇ, ਜੱਟ ਸਿੱਖ ਚਿਹਰੇ ਨੇ, ਉਹ ਆਏ ਨੇ। ਇਕਬਾਲ ਸਿੰਘ ਲਾਲਪੁਰਾ, ਰਾਣਾ ਸੋਢੀ, ਕਈ ਮਤਲਬ ਕਈ, ਕੇਵਲ ਢਿੱਲੋਂ, ਇਸ ਤਰ੍ਹਾਂ ਦੇ ਕਈ ਵੱਡੇ ਚਿਹਰੇ ਜਿਹੜੇ ਸਾਬਕਾ ਕੈਬਨਿਟ ਮੰਤਰੀ ਸੀਗੇ ਰਾਮਪੁਰਾ ਫੁੱਲ ਤੋਂ, ਉਹਨਾਂ ਦਾ ਸ਼ਾਮਲ ਹੋਣਾ। ਤਾਂ ਜਦੋਂ ਪਾਰਟੀ ਦੀ ਲੀਡਰਸ਼ਿਪ ਵੀ ਸਾਰੀ ਜੱਟ ਸਿੱਖ ਵੀ ਨਜ਼ਰ ਆਉਣਗੇ ਇਹਦੇ ਵਿੱਚ, ਜਦੋਂ ਦਲਿਤ ਵੀ ਨਜ਼ਰ ਆਉਣਗੇ ਇਹਦੇ ਵਿੱਚ, ਜਦੋਂ ਹਿੰਦੂ ਤੇ ਆਉਣਗੇ, ਹਿੰਦੂ ਚਿਹਰੇ ਤੇ ਨਜ਼ਰ ਆਉਣਗੇ ਤਾਂ ਉਦੋਂ ਜਿਹੜਾ ਪਾਰਟੀ ਲਈ ਕੰਮ ਕਰਨਾ, ਗਰੋ ਕਰਨਾ ਸੌਖਾ ਹੋ ਜਾਏਗਾ। ਜਿਹੜੀ ਪਾਰਟੀ ਸ਼ਹਿਰਾਂ ਤੱਕ ਸੀਮਿਤ ਸੀਗੀ ਉਹਨੂੰ ਪਿੰਡਾਂ ਦੇ ਵਿੱਚ ਘੱਟੋ ਘੱਟ ਵਰਕ ਕਰ ਸਕਦੀ ਹੈ। ਵੋਟਾਂ ਤਾਂ ਲੋਕਾਂ ਨੇ ਪਾਉਣੀਆਂ, ਨਤੀਜੇ ਤਾਂ ਲੋਕਾਂ ਨੇ ਲੈਣੇ। ਔਰ ਪਤਾ ਨਹੀਂ ਹਜੇ ਸਸਪੈਂਸ ਬਣਿਆ ਹੋਇਆ, ਬੀਜੇਪੀ ਕਹਿੰਦੀ ਹੈ ਸਾਨੂੰ ਲੋੜ ਨਹੀਂ ਹੈ ਅਕਾਲੀ ਦਲ ਦੀ, ਅਕਾਲੀ ਦਲ ਹਜੇ ਦਬੀ ਜ਼ੁਬਾਨ 'ਚ ਗੱਲ ਕਰਦਾ ਹੈ। ਅਲਾਇੰਸ ਹੋਣਾ ਹੈ ਦੋਵਾਂ ਪਾਰਟੀਆਂ ਤੱਕ, ਨਹੀਂ ਹੋਣਾ। ਜੇ ਨਹੀਂ ਵੀ ਅਲਾਇੰਸ ਹੋਣਾ ਤਾਂ ਬੀਜੇਪੀ ਦੀ ਇਲੈਕਸ਼ਨ ਲੜਨਾ ਥੋੜ੍ਹਾ ਜਿਹਾ ਇਸ ਤਰ੍ਹਾਂ ਸੌਖਾ ਹੋ ਜਾਏਗਾ ਜਦੋਂ ਇਸ ਤਰ੍ਹਾਂ ਦੇ ਪ੍ਰੋਮੀਨੈਂਟ ਜਿਹੜੇ ਵੱਡੇ ਲੀਡਰ ਨੇ, ਸਿੱਖ ਚਿਹਰੇ ਹੋਣ, ਖਾਸ ਤੌਰ 'ਤੇ ਜੱਟ ਸਿੱਖ ਚਿਹਰੇ ਹੋਣ, ਜਦੋਂ ਇਹ ਪਾਰਟੀਆਂ ਦੇ ਵਿੱਚ, ਇਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਣਗੇ ਤਾਂ ਜਿਹੜੀ ਬੀਜੇਪੀ ਦੀ ਧਾਰਨਾ ਹੈ ਪੰਜਾਬ ਦੇ ਵਿੱਚ, ਜੋ ਇਹਨੂੰ 2014 ਤੇ 2019 ਦੇ ਵਿੱਚ ਵੀ, 2022 ਦੇ ਵਿੱਚ ਵੀ ਜੋ ਨਤੀਜੇ ਨਹੀਂ ਮਿਲੇ, ਜਦੋਂ ਮੋਦੀ ਵੇਵ ਹੋਣ ਦੇ ਬਾਵਜੂਦ 2014 ਤੇ 2019 ਦੇ ਵਿੱਚ ਬੀਜੇਪੀ ਉਸ ਤਰ੍ਹਾਂ ਦਾ ਪਰਫਾਰਮ ਨਹੀਂ ਕਰ ਪਾਈ। ਹੋ ਸਕਦਾ ਹੈ ਕਿ ਥੋੜ੍ਹੀ ਜਿਹੀ ਮਦਦ ਬੀਜੇਪੀ ਨੂੰ, ਥੋੜ੍ਹੀ ਜਾਂ ਬਹੁਤ ਜ਼ਿਆਦਾ, ਇਹ ਤਾਂ ਹੁਣ ਸਮਾਂ ਦੱਸੇਗਾ, ਉਹ ਤੇ ਇਹਨਾਂ ਦੀ ਵਰਕਿੰਗ ਦੱਸੇਗੀ। ਪਰ ਜਦੋਂ ਆ ਜਾਂਦੇ ਨੇ, ਇੱਕ ਧਾਰਨਾ ਜਿਹੜੀ ਹੈ ਉਹ ਜ਼ਰੂਰ ਹੁਣ ਟੁੱਟੇਗੀ ਜਦੋਂ ਫਰੰਟ ਫੇਸ ਚਾਰੇ, ਮੰਨ ਲਓ ਤੁਸੀਂ ਕੋਈ ਹੋਰਡਿੰਗ ਹੀ ਲਾ ਦੇਣ, ਉਸ ਹੋਰਡਿੰਗ ਦੇ ਵਿੱਚ ਤੁਹਾਨੂੰ ਤਮਾਮ ਜਿਹੜੇ ਵੱਡੇ ਸਿੱਖ ਚਿਹਰੇ ਨਜ਼ਰ ਆ ਰਹੇ ਨੇ, ਮਨਪ੍ਰੀਤ ਬਾਦਲ, ਕੇਵਲ ਢਿੱਲੋਂ, ਇਕਬਾਲ ਸਿੰਘ ਲਾਲਪੁਰਾ, ਹੋਰ ਜਿਹੜੇ ਕੇਵਲ ਢਿੱਲੋਂ, ਰਾਣਾ ਸੋਢੀ ਹੋ ਗਏ, ਇਸ ਤਰ੍ਹਾਂ ਦੇ ਜਦੋਂ ਵੱਡੇ ਚਿਹਰੇ ਨਜ਼ਰ ਆਉਣਗੇ, ਹੋਰ ਜਿਹੜੇ ਇਹਨਾਂ ਦੇ ਪੁਰਾਣੇ ਪ੍ਰੋਮੀਨੈਂਟ ਚਿਹਰੇ ਨੇ, ਪੁਰਾਣੇ ਹਿੰਦੂ ਪ੍ਰੋਮੀਨੈਂਟ ਚਿਹਰੇ ਨੇ, ਜਦੋਂ ਇਹ ਬੋਰਡ ਕੋਈ ਮੰਨ ਲਓ ਕਿਸੇ ਹੋਰਡਿੰਗ ਹੀ ਲਾਣਾ, ਮਤਲਬ ਤੁਸੀਂ ਇਮੈਜਿਨ ਹੀ ਕਰ ਲਓ ਕਿ ਬੀਜੇਪੀ ਦੀ ਤਸਵੀਰ ਕੀ ਹੋਊਗੀ, ਤਾਂ ਉਹ ਤਾਂ ਬੀਜੇਪੀ ਦੀ ਧਾਰਨਾ ਤੇ ਫਿਰ ਟੁੱਟੇਗੀ ਨਾ। ਮਤਲਬ ਉਸ ਹੋਲਡਿੰਗ ਦਾ ਜਿਹੜਾ ਵਜਨ ਜਿਹਾ ਵਜਨ ਵੱਜੇਗਾ। ਜੇ ਮੰਨ ਲਓ ਕਿਤੇ ਹੁਣ ਇਹਨਾਂ ਨੇ ਪ੍ਰਚਾਰ ਕਰਨਾ, ਕੋਈ ਰੈਲੀ ਕਰਨੀ, ਤਾਂ ਰੈਲੀ ਤੇ ਜਦੋਂ ਤੁਸੀਂ ਇੰਨੀਆਂ ਤਸਵੀਰਾਂ ਦੇਖੋਗੇ ਤੇ ਫਿਰ ਉਹਦੇ ਨਾਲ ਫਰਕ ਤੇ ਪਏਗਾ ਹੀ। ਜਦੋਂ ਤੁਸੀਂ ਅਲਾਇੰਸ ਦੀ ਗੱਲ ਕੀਤੀ ਕਿ ਅਕਾਲੀ ਦਲ ਨਾਲ ਅਲਾਇੰਸ ਹਜੇ ਤੱਕ ਕੁਝ ਐਸਾ ਲੱਗ ਨਹੀਂ ਰਿਹਾ, ਜਾਂ ਕੋਈ ਦਬੀ ਜ਼ੁਬਾਨ ਦੇ ਵਿੱਚ ਜੋ ਵੀ ਤੁਸੀਂ ਕਿਹਾ, ਲੇਕਿਨ ਤੁਹਾਨੂੰ ਇਹ ਲੱਗਦਾ ਕਿ ਇਹ ਜਿਹੜੇ ਚਿਹਰੇ ਸ਼ਾਮਿਲ ਹੋਣ ਦੇ ਨਾਲ ਅਕਾਲੀ ਦਲ ਨੂੰ ਵੀ ਇਹ ਮਹਿਸੂਸ ਹੋ ਜਾਵੇ ਕਿ ਨਹੀਂ, ਹੁਣ ਮਤਲਬ ਉਹ ਬੀਜੇਪੀ ਉਹ ਵਾਲੀ ਬੀਜੇਪੀ ਨਹੀਂ ਰਹੀ ਜਿਹੜੀ 23 ਸੀਟਾਂ 'ਤੇ ਸਾਡੇ ਨਾਲ ਰਲਦੀ ਸੀਗੀ, ਲੜਦੀ ਹੁੰਦੀ ਸੀਗੀ, ਅਤੇ ਅਸੀਂ ਉਹਨਾਂ ਨੂੰ 23 ਸੀਟਾਂ ਦਿੰਦੇ ਸੀ। ਤਾਂ ਹੁਣ ਕਿਉਂ ਕਿ ਸਮੇਂ ਦੀ ਲੋੜ ਹੈ, ਕਿਉਂਕਿ ਅਕਾਲੀ ਦਲ ਦੀ ਸਥਿਤੀ ਕੋ ਬਹੁਤ ਵਧੀਆ ਜਿਹੜੀ ਹੈਗੀ ਪੰਜਾਬ ਦੇ ਵਿੱਚ ਨਹੀਂ ਹੈਗੀ, ਕਿ ਇਹ ਕਹਿਣਗੇ ਕਿ ਕਿਉਂ ਨਾ ਜਿਹੜਾ ਅਲਾਇੰਸ ਹੈ ਉਹ ਦੁਬਾਰਾ ਕਰ ਲਿਆ ਜਾਵੇ, ਕਿਉਂਕਿ ਉੱਧਰ ਵੀ ਜਿਹੜੇ ਚਿਹਰੇ ਹੈਗੇ ਬਹੁਤ ਵੱਡੇ ਆ ਗਏ ਉਹਨਾਂ ਕੋਲ। ਬਿਲਕੁਲ, ਅਕਾਲੀ ਦਲ ਲਈ ਤਾਂ ਹੁਣ ਇਸ ਵੇਲੇ ਸਥਿਤੀ ਜਿਹੜੀ ਹੈ ਬੜੀ ਸੌਖੀ ਨਹੀਂ ਰਹੀ ਹੈ। ਜੇ ਪਹਿਲਾਂ ਵੀ ਨਤੀਜਿਆਂ ਦੇ ਵਿੱਚ ਵੀ ਕਾਮਯਾਬ ਨਹੀਂ ਹੋ ਪਾ ਰਹੇ, 2022 ਦੇ ਵਿੱਚ ਵੀ ਕਾਮਯਾਬ ਨਹੀਂ ਹੋਏ ਅਕਾਲੀ ਦਲ। ਔਰ ਜਦੋਂ ਹੁਣ ਬੀਜੇਪੀ ਗਰੋ ਕਰ ਰਹੀ ਹੈ ਲਗਾਤਾਰ, ਬੀਜੇਪੀ ਦੇ ਵਿੱਚ ਇਸ ਤਰ੍ਹਾਂ ਬੀਜੇਪੀ ਨੇ ਦੇਖੋ ਨਾ, ਬੀਜੇਪੀ ਆਪਣੀ ਟੀਮ ਬਦਲ ਰਹੀ ਹੈ, ਪੂਰੀ ਨਵੀਂ ਟੀਮ ਇੱਕ ਹਿਸਾਬ ਦੀ ਲਿਆ ਕੇ ਖੜੀ ਕਰ ਰਹੀ ਹੈ। ਪੁਰਾਣੀ ਟੀਮ ਤੇ ਹੈ ਹੀ ਹੈ, ਨਵੀਂ ਟੀਮ ਨਵੇਂ ਚਿਹਰੇ ਸਾਹਮਣੇ ਲਿਆ ਕੇ ਖੜੀ ਕਰ ਰਹੀ ਹੈ। ਤਾਂ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਦਾ ਹੋਊਗਾ। ਅਕਾਲੀ ਦਲ ਨੂੰ ਸਭ ਤੋਂ ਵੱਡਾ ਝਟਕਾ ਲੱਗ ਸਕਦਾ ਕਿ ਜਦੋਂ ਜਿਹੜੇ ਜੱਟ ਸਿੱਖ ਚਿਹਰੇ ਨੇ, ਜਿਨ੍ਹਾਂ ਦੀ ਰੂਰਲ ਦੇ ਵਿੱਚ, ਪੰਜਾਬ ਦੇ ਪੇਂਡੂ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੀ ਪਕੜ ਹੈਗੀ ਹੈ, ਜਦੋਂ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਤਾਂ ਉਹਦੇ ਨਾਲ ਨੁਕਸਾਨ ਅਕਾਲੀ ਦਲ ਨੂੰ ਜ਼ਿਆਦਾ ਹੋਏਗਾ। ਹੁਣ ਅਲਾਇੰਸ ਹੁੰਦਾ ਜਾਂ ਨਹੀਂ ਹੁੰਦਾ, ਇਹ ਖੁਦ ਹੁਣੇ ਥੋੜ੍ਹੀ ਦੇਰ ਪਹਿਲਾਂ ਦਲਜੀਤ ਸਿੰਘ ਚੀਮਾ ਸਾਨੂੰ ਕਹਿ ਰਹੇ ਸੀ ਕਿ ਬੜੀ ਹਾਈਪੋਥੈਟੀਕਲ ਸਿਚੁਏਸ਼ਨ ਹੈ, ਹਜੇ ਆਪਾਂ ਅਲਾਇੰਸ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ। ਤਾਂ ਅਕਾਲੀ ਦਲ ਤਾਂ ਹਜੇ ਕਮੈਂਟ ਜ਼ਿਆਦਾ ਕਰ ਨਹੀਂ ਰਿਹਾ। ਔਰ ਬੀਜੇਪੀ ਦੇ ਕਈ ਵਾਰੀ ਪ੍ਰਧਾਨ ਕਹਿ ਚੁੱਕੇ ਨੇ ਸਾਨੂੰ ਅਕਾਲੀ ਦਲ ਦੀ ਲੋੜ ਨਹੀਂ ਹੈ। ਤਾਂ ਹੁਣ ਅਲਾਇੰਸ ਹੋਣਾ ਹੈ ਜਾਂ ਨਹੀਂ ਹੋਣਾ, ਹਜੇ ਪ੍ਰਕਾਸ਼ ਸਿੰਘ ਬਾਦਲ ਤੇ ਜਦੋਂ ਵੱਡੇ ਨੇਤਾ ਆਪਸ ਦੇ ਵਿੱਚ ਗੱਲ ਕਰਨਗੇ, ਉਧਰੋਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਗੱਲ ਕਰਨਗੇ ਕਿ ਕੋਈ ਸਥਿਤੀ ਬਦਲਦੀ ਹੈ ਜਾਂ ਨਹੀਂ ਬਦਲਦੀ ਹੈ, ਤਾਂ ਉਹਨਾਂ ਦੇ ਹੱਥ ਆਉਣ। ਪਰ ਫਿਲਹਾਲ ਅਕਾਲੀ ਦਲ ਦੇ ਲਈ ਟਾਸਕ ਜਿਹੜਾ ਹੋਰ ਔਖਾ ਹੁੰਦਾ ਜਾ ਰਿਹਾ। ਮਾਲਵਾ ਕਿਉਂਕਿ ਪੰਜਾਬ ਦਾ ਸਭ ਤੋਂ ਵੱਡਾ ਖੇਤਰ ਹੈ, 69 ਸੀਟਾਂ ਜਿਹੜੀਆਂ ਉਹ ਮਾਲਵਾ ਦੀਆਂ ਹੀ ਨੇ, ਔਰ ਮਾਲਵਾ ਦੇ ਵਿੱਚ ਹੀ ਬੀਜੇਪੀ ਜਿਹੜੀ ਹੈਗੀ ਹੈ ਉਹ ਹਮੇਸ਼ਾ ਕਮਜ਼ੋਰ ਰਹੀ ਹੈ ਮਾਲਵਾ ਦੇ ਵਿੱਚ, ਕਿਉਂਕਿ ਮਾਲਵਾ ਦੇ ਵਿੱਚ ਸੁਰਜੀਤ ਜਾਨੀ ਵਰਗੇ ਜਿਹੜੇ ਪੁਰਾਣੇ ਲੀਡਰ ਹੈਗੇ ਆ ਉਹੀ ਸੀਗੇ ਮਾਲਵਾ ਦੇ ਵਿੱਚ, ਇਹਨਾਂ ਕੋਲ ਵੱਡੇ ਲੀਡਰ ਨਹੀਂ ਸੀ। ਹੁਣ ਜਿੱਦਾਂ ਆਪਣੇ ਸੁਨੀਲ ਜਾਖੜ ਹੋ ਗਏ ਆ, ਠੀਕ ਹੈ, ਆ ਮਨਪ੍ਰੀਤ ਸਿੰਘ ਬਾਦਲ ਹੋ ਗਏ, ਹੋਰ ਜਿਹੜੇ ਕਈ ਲੀਡਰ ਕੇਵਲ ਢਿੱਲੋਂ ਹੋ ਗਏ, ਇਹ ਸਾਰੇ ਮਾਲਵੇ ਤੋਂ ਜਿਹੜੇ ਹੈਗੇ ਆ, ਉਹ ਮੋਗੇ ਦੇ ਵੱਡੇ ਲੀਡਰ ਭਾਜਪਾ 'ਚ ਆ ਗਏ ਨੇ। ਯਾਨੀ ਕਿ ਮਾਲਵਾ ਜਿਹੜੀ ਇੱਕ ਵੱਡਾ ਰਾਜਨੀਤੀ 'ਚ ਕੱਦ ਰੱਖਦਾ ਹੈ ਪੰਜਾਬ ਦੀ ਰਾਜਨੀਤੀ 'ਚ, ਔਰ ਸੀਟਾਂ ਵੀ ਜ਼ਿਆਦਾ ਰੱਖਦਾ ਹੈ। ਅਤੇ ਬੀਜੇਪੀ ਕੀ ਆਪਣੀ ਸਥਿਤੀ ਮਜ਼ਬੂਤ ਕਰ ਰਹੀ ਹੈ? ਬਿਲਕੁਲ, ਬੜਾ ਵਧੀਆ ਸਵਾਲ ਹੈ ਤੁਹਾਡਾ ਕਿ ਮਾਲਵੇ ਦੇ ਵਿੱਚ ਵਾਕਈ ਗੱਲ ਧਿਆਨ ਦੇਣ ਵਾਲੀ ਕਿ ਮਾਲਵੇ ਦੇ ਵਿੱਚ ਬੀਜੇਪੀ ਨੇ ਆਪਣੀ ਸਥਿਤੀ ਜਿਹੜੀ ਹੈ ਹੁਣ ਮਜ਼ਬੂਤ ਕਰ ਲਈ ਹੈ। ਉਸ ਤੋਂ ਪਹਿਲਾਂ ਬੀਜੇਪੀ ਜਲੰਧਰ, ਅੰਮ੍ਰਿਤਸਰ ਜਾਂ ਪਠਾਨਕੋਟ, ਮੁਕੇਰੀਆਂ, ਫਗਵਾੜਾ,
ਦੁਆਬਾ ਤੇ ਖਾਸ ਤੌਰ ਤੇ ਮਾਝੇ ਦੇ ਕੁਝ ਇਲਾਕੇ ਦੇ ਵਿੱਚ ਜਿਹੜਾ ਹੈ ਬੀਜੇਪੀ ਸਟਰੋਂਗ ਸੀਗੀ। ਮਾਝੇ ਤੇ ਕਹਿਣ ਦਾ ਮਤਲਬ ਹੈ ਕਿ ਪਠਾਨਕੋਟ ਹੋ ਗਿਆ ਜਾਂ ਇੱਧਰੋਂ ਦੇ ਦੁਆਬੇ ਦੇ ਤੁਸੀਂ ਮੁਕੇਰੀਆਂ, ਹੁਸ਼ਿਆਰਪੁਰ, ਇਹ ਗੜ ਹੁੰਦਾ ਸੀਗਾ ਬੀਜੇਪੀ ਦਾ। ਮਾਲਵੇ ਦੇ ਵਿੱਚ ਗੜ ਆਪਣੇ ਆਪ ਨੂੰ ਨਹੀਂ ਬਣਾ ਵੀ ਤੁਸੀਂ ਆਪਾਂ ਜੇ ਇੱਕਦਮ ਹੁਣੇ ਗੱਲ ਕਰਦੇ ਕਰਦੇ ਜੇ ਮਾਲਵੇ 'ਚ ਆਪਾਂ ਬੀਜੇਪੀ ਦੇ ਨੇਤਾ ਲੱਭਾਂਗੇ ਪੁਰਾਣੇ, ਤਾਂ ਸਾਡੇ ਜ਼ਿਹਨ ਦੇ ਵਿੱਚ ਤੁਹਾਡੇ ਵਾਕਈ ਗੱਲ ਠੀਕ ਹੈ, ਸਾਡੇ ਜ਼ਿਹਨ ਦੇ ਵਿੱਚ ਸੁਰਜੀਤ ਜਿਆਨੀ ਦਾ ਹੀ ਨਾਮ ਸਭ ਤੋਂ ਪਹਿਲੇ ਆਏਗਾ। ਸਭ ਤੋਂ ਔਰ ਪਹਿਲਾਂ ਇੱਕਦਮ ਆਏਗਾ। ਹਾਂਜੀ, ਹਾਂਜੀ, ਇੱਕਦਮ ਹਜੇ ਬਿਲਕੁਲ। ਸਾਨੂੰ ਯਾਦ ਨਹੀਂ ਆਏਗਾ ਕਿ ਬੀਜੇਪੀ ਦਾ ਪੰਜਾਬ ਬੀਜੇਪੀ ਦਾ ਲੀਡਰ ਵੱਡਾ ਕੌਣ ਸੀਗਾ। ਹਾਂਜੀ। ਪਰ ਜਿਸ ਤਰ੍ਹਾਂ ਹੁਣ ਸੁਨੀਲ ਜਾਖੜ ਵੱਡਾ ਨੇਤਾ ਫਾਜ਼ਿਲਕਾ ਬੈਲਟ ਦੇ ਵਿੱਚ, ਕੇਵਲ ਢਿੱਲੋਂ ਸੰਗਰੂਰ ਬੈਲਟ ਦੇ ਵਿੱਚ ਆ ਜਾਂਦੇ ਨੇ, ਮਨਪ੍ਰੀਤ ਬਾਦਲ ਬਠਿੰਡਾ ਬੈਲਟ ਦੇ ਵਿੱਚ ਆ ਗਏ, ਹੋਰ ਜਿਹੜੇ ਲੀਡਰ ਸੀਗੇ, ਹੋਰ ਵੱਡੇ ਲੀਡਰ, ਕਾਫੀ ਵੱਡੇ ਲੀਡਰ ਜਿਹੜੇ ਨੇ ਉਹ ਡੀਪੀ ਚੰਦਨ ਹੋ ਗਏ, ਇਹ ਹੋ ਗਏ, ਹਰਜੀਤ ਸਿੰਘ ਗਰੇਵਾਲ ਹੋ ਗਏ, ਜਗਤ ਕਤੂਰੀਆ ਹੋ ਗਏ, ਵਿਨੋਦ ਕੁਮਾਰ ਹੋ ਗਏ, ਅਸ਼ਵਨੀ ਗੁਰਪ੍ਰੀਤ ਸਿੰਘ ਗਰੋਵਰ ਹੋ ਕਾਂਗੜ ਦਾ ਮੈਂ ਗਏ। ਜ਼ਿਕਰ ਕਰ ਰਿਹਾ ਸੀਗਾ। ਗੁਰਪ੍ਰੀਤ ਸਿੰਘ ਕਾਂਗੜ ਹੋ ਗਏ, ਤਾਂ ਬੜੇ ਵੱਡੇ ਨੇਤਾ ਸੁਰਜੀਤ ਜੈਨੀ ਦੇ ਆਪਸ ਹੈ ਹੀ ਨੇ, ਜਿਹੜੇ ਪੁਰਾਣੇ ਬੀਜੇਪੀ ਦੇ ਨੇਤਾ ਹੈਗੇ ਨੇ ਉਹ ਤੇ ਵਰਕ ਕਰ ਹੀ ਰਹੇ ਨੇ। ਤਾਂ ਮਾਲਵੇ ਦੇ ਵਿੱਚ ਇਸ ਤਰ੍ਹਾਂ ਬੀਜੇਪੀ ਚੱਲ ਤਾਂ ਆਪਣੀ ਸਟ੍ਰੈਟਜੀ ਦੇ ਅਕੋਰਡਿੰਗ ਹੀ ਰਹੀ ਹੈ, ਆਪਣੇ ਆਪ ਨੂੰ ਗਰੋ ਕਰਾਉਣ ਦੀ ਜਿਹੜੀ ਸਟ੍ਰੈਟਜੀ ਹੁੰਦੀ ਹੈ ਕਿ ਕਿਸੇ ਚੀਜ਼ ਨੇ ਜਿੱਦਾਂ ਗਰੋ ਕਰਨਾ ਹੋਵੇ ਤਾਂ ਸਟ੍ਰੈਟਜੀ ਦੀ ਉਹੀ ਹੈ, ਪਰ ਅੰਤ ਫੈਸਲਾ ਦੇ ਲੋਕਾਂ ਦੀ ਵੋਟਾਂ ਨਾਲ ਹੀ ਹੋਣਾ। ਪਾਰਟੀ ਨੂੰ ਸਟਰੋਂਗ ਜ਼ਰੂਰ ਕਰ ਰਹੀ ਹੈ ਜਿਹੜਾ ਅੱਜ ਮਨਪ੍ਰੀਤ ਸਿੰਘ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ਼ੇਅਰ ਕੀਤਾ, ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਗੱਲ ਨੂੰ? ਮੈਂ ਇਹਨੂੰ ਇਸ ਤਰ੍ਹਾਂ ਗੱਲ ਦੇਖਦਾ ਕਿ ਅਮਿਤ ਸ਼ਾਹ ਪੰਜਾਬ ਤੇ ਪੂਰੀ ਤਰ੍ਹਾਂ ਨਜ਼ਰ ਬਣਾਏ ਹੋਏ ਨੇ। ਜਿਸ ਤਰ੍ਹਾਂ ਅਮਿਤ ਸ਼ਾਹ ਦੀ ਪੋਲੀਟੀਕਲ ਜੇ ਇਮੇਜ ਆਪਾਂ ਦੇਖੀਏ ਕਿ ਜਿਵੇਂ ਦਾ ਰਹਿੰਦਾ ਹੈ ਕਿ ਉਹ ਕਈ ਵਾਰੀ ਉਹਨਾਂ ਤੇ ਇੱਕ ਸਕੂਟਰ ਵਾਲੀ ਫੋਟੋ ਵੀ ਬੜੀ ਵਾਇਰਲ ਹੁੰਦੀ ਹੈ ਕਿ ਅਮਿਤ ਸ਼ਾਹ ਵਰਗਾ ਬੰਦਾ ਕੋਈ ਸਕੂਟਰ ਚਲਾ ਰਿਹਾ ਤਾਂ ਉਹ ਹਰ ਸਟੇਟ ਦਾ ਨਾਮ ਪਿੱਛੇ ਲਿਖ ਦਿੰਦੇ ਕਿ ਉਹ ਰਾਜਸਥਾਨ ਵੱਲ ਜਾ ਰਹੇ ਨੇ ਕਿ ਮੱਧ ਪ੍ਰਦੇਸ਼ ਵੱਲ ਜਾ ਰਹੇ ਨੇ। ਤਾਂ ਇਹ ਜਿਹੜਾ ਆਪਾਂ ਇਹਨੂੰ ਇਸ ਗੱਲ ਨੂੰ ਇਹ ਦੇਖੀਏ ਕਿ ਅਮਿਤ ਸ਼ਾਹ ਇੱਕ ਤਾਂ ਲੈ ਕੇ ਆਏ ਨੇ ਮਨਪ੍ਰੀਤ ਬਾਦਲ ਨੂੰ, ਔਰ ਅਮਿਤ ਸ਼ਾਹ ਦੀ ਪੰਜਾਬ 'ਤੇ ਪੂਰੀ ਤਰ੍ਹਾਂ ਨਜ਼ਰ ਹੈ ਕਿ ਪੰਜਾਬ ਦੇ ਵਿੱਚ ਕਿਵੇਂ ਸਟਰੋਂਗ ਹੋਇਆ ਜਾਵੇ। ਔਰ ਇਹ ਪੋਲੀਟੀਕਲੀ ਇਸ ਚੀਜ਼ ਦਾ ਮੈਸੇਜ ਬਹੁਤ ਵੱਡਾ ਹੈ ਕਿ ਜਦੋਂ ਅਮਿਤ ਸ਼ਾਹ ਕਿਸੇ ਸਟੇਟ 'ਤੇ ਨਜ਼ਰ ਬਣਾਏ ਹੋਣ, ਜਿਸ ਤਰ੍ਹਾਂ ਦਾ ਪਿੱਛੇ ਰਿਕਾਰਡ ਰਿਹਾ ਅਮਿਤ ਸ਼ਾਹ ਦਾ, ਜਿਸ ਤਰ੍ਹਾਂ ਦਾ ਇਲੈਕਸ਼ਨ ਲੜਨ ਦਾ ਉਹਨਾਂ ਦਾ ਰਿਕਾਰਡ ਹੈ, ਜਾਂ ਜਿਸ ਤਰ੍ਹਾਂ ਕਈ ਸੂਬਿਆਂ ਦੇ ਵਿੱਚ ਉਹਨਾਂ ਨੇ ਸਟ੍ਰੈਟਜੀ ਅਪਣਾ ਕੇ, ਮੱਧ ਪ੍ਰਦੇਸ਼ ਹੋਵੇ, ਮਹਾਰਾਸ਼ਟਰ ਹੋਵੇ, ਜਿਸ ਤਰ੍ਹਾਂ ਉਹਨਾਂ ਨੇ ਸਰਕਾਰਾਂ ਉੱਥੇ ਬਣਾਈਆਂ ਨੇ, ਇਹਨੂੰ ਲੈ ਕੇ ਅਮਿਤ ਸ਼ਾਹ ਦੀ ਇੱਕ ਇਮੇਜ ਜਿਸ ਤਰ੍ਹਾਂ ਦੀ ਬਣੀ ਹੋਈ ਹੈ, ਔਰ ਉਸੇ ਇਮੇਜ ਦਾ ਮੈਸੇਜ ਜਿਹੜਾ ਉਹ ਅੱਜ ਮਨਪ੍ਰੀਤ ਬਾਦਲ ਨੇ ਆਪਣੇ ਸ਼ਬਦਾਂ ਦੇ ਵਿੱਚ ਦਿੱਤਾ ਹੈ ਕਿ ਉਹਨਾਂ ਨੂੰ ਸ਼ੇਅਰ ਕਿਹਾ। ਔਰ ਆਪਾਂ ਇਸ ਚੀਜ਼ ਨੂੰ ਇਸ ਤਰ੍ਹਾਂ ਦੇਖਾਂਗੇ ਕਿ ਅਮਿਤ ਸ਼ਾਹ ਦਾ ਪੂਰਾ ਧਿਆਨ ਅਮਿਤ ਸ਼ਾਹ ਦਾ ਪੰਜਾਬ ਵੱਲ ਜ਼ਰੂਰ ਹੈਗਾ ਕਿ ਪੰਜਾਬ 'ਚ ਬੀਜੇਪੀ ਨੂੰ ਸਟਰੋਂਗ ਕਿਵੇਂ ਕੀਤਾ ਜਾਵੇ। ਪਿਊਸ਼ ਗੋਇਲ ਕੇਂਦਰੀ ਮੰਤਰੀ ਉਹਨਾਂ ਨੇ ਅੱਜ ਸ਼ਾਮਲ ਕਰਾਇਆ ਤੇ ਉਹਨਾਂ ਨੇ ਇੱਕ ਗੱਲ ਬਹੁਤ ਵਧੀਆ ਜਿਹੜੀ ਮਨਪ੍ਰੀਤ ਸਿੰਘ ਬਾਦਲ ਦੇ ਲਈ ਕਹੀ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸੂਬੇ ਦਾ ਕੋਈ ਐਸਾ ਲੀਡਰ ਹੈ ਜਿਸ ਨੇ ਆਪਣੇ ਸੂਬੇ ਦੇ 9 ਬਜਟ ਪੇਸ਼ ਕੀਤੇ ਹੋਣ। ਮਨਪ੍ਰੀਤ ਸਿੰਘ ਬਾਦਲ ਹੀ ਇੱਕ ਅਜਿਹੇ ਵਿੱਤ ਮੰਤਰੀ ਨੇ ਜਿਨ੍ਹਾਂ ਨੇ ਆਪਣੇ ਸੂਬੇ ਦੇ 9 ਬਜਟ ਪੇਸ਼ ਕੀਤੇ। ਇਹ ਗੱਲ ਤੁਹਾਡੀ ਠੀਕ ਹੈ ਕਿ ਮਨਪ੍ਰੀਤ ਬਾਦਲ ਲੰਬੇ ਤੌਰ ਤੇ ਫਾਈਨਾਂਸ ਮਿਨਿਸਟਰ ਰਹੇ ਨੇ, ਪਰ ਜਿਹੜਾ ਲਾਸਟ ਬਜਟ ਉਹਨਾਂ ਨੇ ਪੇਸ਼ ਕੀਤਾ ਸੀ ਉਹਦੇ 'ਚ ਉਹਨਾਂ ਨੇ ਇਹ ਮੰਗ ਜ਼ਰੂਰ ਰੱਖੀ ਸੀਗੀ, ਇਹ ਪ੍ਰੇ ਕੀਤੀ ਸੀਗੀ ਕਿ ਅਗਲੀ ਵਾਰੀ ਮੈਨੂੰ ਵਿੱਤ ਮੰਤਰਾਲਾ ਨਾ ਦਿੱਤਾ ਜਾਵੇ, ਕਿਉਂਕਿ ਵਿੱਤ ਮੰਤਰਾਲਾ ਜਿਹਨੂੰ ਮਿਲਦਾ ਉਹਦਾ ਬਹੁਤ ਜ਼ਿਆਦਾ, ਹੁਣ ਜੇ 9 ਵਾਰੀ ਮਨਪ੍ਰੀਤ ਬਾਦਲ ਨੇ ਬਜਟ ਪੇਸ਼ ਕੀਤਾ ਤੇ ਹੁਣ ਵੀ ਕਾਂਗਰਸ ਸਰਕਾਰ ਦੇ ਵਿੱਚ ਉਹਨਾਂ ਦਾ ਵਿਰੋਧ ਵੀ ਬਹੁਤ ਹੋਇਆ। ਜੋ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਦੀ ਸਰਕਾਰ ਸੀਗੀਆਂ, ਜੋ ਪੇ ਕਮਿਸ਼ਨ ਲਾਗੂ ਕਰਨਾ ਸੀਗਾ, ਉਹਨੂੰ ਲੈ ਕੇ ਇੰਪਲੋਈਜ਼ ਦੇ ਵਿੱਚ, ਕਰਮਚਾਰੀਆਂ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਵੀ ਸੀਗਾ ਮਨਪ੍ਰੀਤ ਬਾਦਲ ਨੂੰ ਲੈ ਕੇ। ਔਰ ਇਹੀ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਕਿ ਬਠਿੰਡਾ ਦੇ ਵਿੱਚ ਜਿਸ ਤਰ੍ਹਾਂ ਇੰਪਲੋਈ ਯੂਨੀਅਨਸ ਬਹੁਤ ਐਕਟਿਵ ਨੇ, ਉਹਦਾ ਇੱਕ ਮੋਟਾ ਕਾਰਨ ਰਿਹਾ ਕਿ ਮਨਪ੍ਰੀਤ ਬਾਦਲ ਨੂੰ ਉੱਥੋਂ ਦੀ ਇਲੈਕਸ਼ਨ 63,000 ਵੋਟਾਂ ਦੇ ਨਾਲ ਹਾਰਨਾ ਪਿਆ। ਬੜੀ ਵੱਡੇ ਮਾਰਜਨ ਦੇ ਨਾਲ ਮਨਪ੍ਰੀਤ ਬਾਦਲ ਨੇ ਆਪਣੀ ਸੀਟ ਗਵਾਈ ਹੈ ਬਠਿੰਡਾ ਦੀ, ਸਟਰੋਂਗ ਨੇਤਾ ਹੋਣ ਦੇ ਬਾਵਜੂਦ। ਤਾਂ ਫਾਈਨਾਂਸ ਮਿਨਿਸਟਰ ਰਹਿ ਕੇ ਕੋਈ ਮਨਪ੍ਰੀਤ ਬਾਦਲ ਵੀ ਬਹੁਤ ਜ਼ਿਆਦਾ ਖੁਸ਼ ਨਹੀਂ ਸੀਗੇ, ਕਿਉਂਕਿ ਫਾਈਨਾਂਸ ਮਿਨਿਸਟਰ ਰਹਿਣ ਨਾਲ ਉਹਨਾਂ ਦਾ ਵਿਰੋਧ ਵੀ ਬਹੁਤ ਹੋਇਆ, ਉਹਨਾਂ ਦੀ ਪਪੂਲੈਰਿਟੀ ਦੇ ਵਿੱਚ ਕਮੀ ਵੀ ਬਹੁਤ ਜ਼ਿਆਦਾ ਆਈ, ਕਿਉਂਕਿ ਜਿਹੜੇ ਟੀਚਰਸ, ਇੰਪਲੋਈ ਯੂਨੀਅਨਸ ਜਿਹੜੀਆਂ ਨੇ ਜ਼ਿਆਦਾਤਰ ਨਾਰਾਜ਼ ਰਹੀਆਂ ਨੇ ਉਸ ਟਾਈਮ 'ਤੇ, ਔਰ ਉਹ ਸਿੱਧਾ ਠੀਕਰਾ ਜਿਹੜਾ ਮਨਪ੍ਰੀਤ ਬਾਦਲ ਤੇ ਫੁੱਟਦਾ ਸੀਗਾ। ਮਨਪ੍ਰੀਤ ਬਾਦਲ ਨੇ ਜਦੋਂ ਅਕਾਲੀ ਦਲ ਛੱਡਿਆ ਸੀਗਾ, ਇਹਨਾਂ ਨੇ ਇੱਕ ਆਪਣੀ ਪਾਰਟੀ ਵੀ ਬਣਾਈ ਸੀ। ਉਦੋਂ ਵੀ ਕੀ ਇਹਨਾਂ ਨੂੰ ਇਹ ਲੱਗਾ ਕਿ ਨਹੀਂ ਇੱਕ ਕੱਲੀ ਪਾਰਟੀ ਬਣਾ ਕੇ, ਲੋਕਲ ਪਾਰਟੀ ਬਣਾ ਕੇ ਅਸੀਂ ਸਰਵਾਈਵ ਨਹੀਂ ਕਰ ਸਕਦੇ, ਜਿਸ ਕਰਕੇ ਇਹਨਾਂ ਨੇ ਕਾਂਗਰਸ ਜੁਆਇਨ ਕਰ ਲਈ ਸੀ? ਮੈਂ ਦੇਖਿਆ ਕਿ ਸਿਆਸਤਦਾਨ ਦਾ ਕਰੀਅਰ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ, ਕਦੇ ਵੀ ਜ਼ਿੰਦਾ ਹੋ ਜਾਂਦਾ। ਇਸੇ ਤਰ੍ਹਾਂ ਮਨਪ੍ਰੀਤ ਬਾਦਲ ਦਾ ਵੀ ਹੋਇਆ ਕਿ ਮਨਪ੍ਰੀਤ ਬਾਦਲ ਦੀ ਪੀਪੀਪੀ ਜਦੋਂ ਬੜੀ ਸੀਗੀ ਤਾਂ ਲੱਗਦਾ ਸੀਗਾ ਕਿ ਸ਼ਾਇਦ ਮਨਪ੍ਰੀਤ ਬਾਦਲ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਹੁਣ ਸਸਟੇਨ ਨਹੀਂ ਕਰ ਪਾਉਣਗੇ, ਐਕਟਿਵ ਨਹੀਂ ਰਹਿਣ ਪਾਉਣਗੇ। ਪਰ ਜਿੱਦਾਂ ਹੀ ਕਾਂਗਰਸ ਦੇ ਵਿੱਚ ਸ਼ਾਮਲ ਹੋਏ, ਤੁਸੀਂ ਦੇਖੋ ਕਾਂਗਰਸ ਦੀ ਸਰਕਾਰ ਬਣੀ ਤਾਂ ਉਹ ਫਾਈਨਾਂਸ ਮਿਨਿਸਟਰ ਬਣ ਗਏ, ਉਹਨਾਂ ਦਾ ਕੱਦ ਇੱਕ ਵਾਰ ਫਿਰ ਦੁਬਾਰਾ ਵੱਧ ਗਿਆ। ਹੁਣ ਜਿੱਦਾਂ ਹੀ ਫਿਰ ਕਾਂਗਰਸ ਦੀ ਸਰਕਾਰ ਗਈ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ, ਪਰ ਉਹਨਾਂ ਨੇ ਫਿਰ ਉਹ ਪਾਰਟੀ ਚੁਣੀ ਹੈ ਜਿਹੜੀ ਬਹੁਤ ਸਟਰੋਂਗ ਹੈ, ਇਸ ਵੇਲੇ ਦੇਸ਼ ਭਰ ਦੇ ਵਿੱਚ ਬਹੁਤ ਸਟਰੋਂਗ ਹੈ, ਸੱਤਾ ਦੇ ਵਿੱਚ ਵੀ ਹੈ ਹੀ ਹੈ, ਪਰ ਸਟਰੋਂਗ ਵੀ ਬਹੁਤ ਹੈ, ਬਹੁਤ ਜ਼ਿਆਦਾ ਸਟਰੋਂਗ ਹੈ। ਇਸ ਬੀਜੇਪੀ ਪਾਰਟੀ ਨੂੰ ਆਪਾਂ ਦੇਸ਼ ਭਰ ਦੇ ਲੈਵਲ 'ਤੇ ਆਪਾਂ ਇਸ ਵੇਲੇ ਦੇਖ ਸਕਦੇ ਹਾਂ, ਔਰ ਉਸ ਪਾਰਟੀ ਦੇ ਵਿੱਚ ਉਹ
ਗਏ ਨੇ। ਤਾਂ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦੀ ਬੋਡੀ ਲੈਂਗੁਏਜ ਆ ਮਨਪ੍ਰੀਤ ਬਾਦਲ ਦੀ, ਜਿਸ ਤਰ੍ਹਾਂ ਦੇ ਸ਼ਬਦ ਉਹ ਇਸਤੇਮਾਲ ਕਰਦੇ ਨੇ ਔਰ ਬੜਾ ਕਾਮ ਰਹਿੰਦੇ ਨੇ, ਆਪਣਾ ਜਿਹੜਾ ਸਿਆਸੀ ਮੂਵ ਹੈ ਉਹਦੀ ਝਲਕ ਵੀ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੇ। ਇਹਦੇ ਵਿੱਚ ਕਾਮਯਾਬ, ਹਾਂ ਲੋਕਾਂ ਦੇ ਵਿੱਚ ਵਿਰੋਧ ਤਾਂ ਜ਼ਰੂਰ ਆਏਗਾ ਕਿ 4 ਪਾਰਟੀਆਂ ਪਿਛਲੇ 10 ਸਾਲਾਂ ਦੇ ਵਿੱਚ ਉਹਨਾਂ ਨੇ ਬਦਲ ਲਈਆਂ ਨੇ। ਇਸ ਗੱਲ ਦਾ ਖਮਿਆਜਾ ਵੀ ਉਹਨਾਂ ਨੂੰ, ਲੋਕ ਉਹਨਾਂ ਨੂੰ ਟਰੋਲ ਵੀ ਕਰਨਗੇ, ਲੋਕ ਉਹਨਾਂ 'ਤੇ ਸਵਾਲ ਵੀ ਪੁੱਛਣਗੇ, ਉਹਦਾ ਖਮਿਆਜਾ ਵੀ ਭੁਗਤਣਾ ਪਏਗਾ। ਪਰ ਮੈਨੂੰ ਲੱਗਦਾ ਕਿ ਮਨਪ੍ਰੀਤ ਬਾਦਲ ਆਪਣੇ ਆਪ ਨੂੰ ਲੈ ਕੇ ਬੜਾ ਕਲੀਅਰ ਨੇ ਕਿ ਮੈਂ ਕਿੱਥੇ ਐਡਜਸਟ ਹੋਣਾ ਹੈ, ਮੈਂ ਕਿਹੜੇ ਪਾਸੇ ਜਾਣਾ ਹੈ। ਔਰ ਜਿਹੜੇ ਪਾਸੇ ਉਹ ਜਾਂਦੇ ਨੇ, ਮੈਂ ਦੇਖਿਆ ਕਿ ਹਜੇ ਪਿਛਲੀ ਵਾਰ ਤੱਕ ਦੇਖੋ, ਜੇ ਕਾਂਗਰਸ ਦੇ ਵਿੱਚ ਵੀ 5 ਸਾਲ ਉਹਨਾਂ ਨੇ ਸੱਤਾ ਭੋਗੀ ਹੈ, ਤਾਂ ਹੁਣ ਵੀ ਸੱਤਾਧਾਰੀ ਪਾਰਟੀ, ਨੈਸ਼ਨਲ ਲੈਵਲ 'ਤੇ ਜੋ ਸੱਤਾਧਾਰੀ ਪਾਰਟੀ ਹੈ ਉਹਦੇ ਵਿੱਚ ਗਏ ਨੇ, ਔਰ ਉਸ ਪਾਰਟੀ ਦੇ ਵਿੱਚ ਗਏ ਨੇ ਜੋ ਸਟੇਟ ਦੇ ਵਿੱਚ ਬੜੀ ਸਪੀਡ ਦੇ ਨਾਲ ਗਰੋ ਕਰ ਰਹੀ ਹੈ। ਤਾਂ ਕਾਮ ਰਹਿ ਕੇ, ਜ਼ਿਆਦਾ ਹੇਟ ਸਪੀਚਾਂ ਨਾ ਦੇ ਕੇ, ਉਰਦੂ ਭਾਸ਼ਾ ਦਾ ਪ੍ਰਯੋਗ ਕਰਕੇ, ਇਸਤੇਮਾਲ ਕਰਕੇ, ਮਿੱਠਾ ਬੋਲ ਕੇ, ਮੈਨੂੰ ਲੱਗਦਾ ਕਿ ਉਹਨਾਂ ਦੀ ਇੱਕ ਤਾਂ ਵਿਦਿਨ ਪਾਰਟੀਜ਼ ਦੀ ਸੈਟਿੰਗਸ ਜਿਹੜੀਆਂ ਨੇ, ਸੈਟਿੰਗ ਨਾਲ ਰਿਲੇਸ਼ਨਸ ਵਧੀਆ ਨੇ। ਜਿਵੇਂ ਹੁਣ ਰਾਹੁਲ ਗਾਂਧੀ ਨਾਲ ਵੀ ਰਿਲੇਸ਼ਨ ਵਧੀਆ ਨੇ, ਤਾਂ ਉਸੇ ਤਰ੍ਹਾਂ ਦਾ ਉਹਨਾਂ ਨੇ ਬੀਜੇਪੀ ਦੇ ਵਿੱਚ ਵੀ ਰਿਲੇਸ਼ਨ ਮੇਨਟੇਨ ਹੁਣ ਤੱਕ ਕੀਤੇ ਨੇ, ਜਾਂ ਬੀਜੇਪੀ ਦੇ ਵਿੱਚ ਵੀ ਰਿਲੇਸ਼ਨ ਬਣਾਉਣੇ ਸ਼ੁਰੂ ਕੀਤੇ ਨੇ। ਤਾਂ ਬੜਾ ਮੈਨੂੰ ਲੱਗਦਾ ਕਿ ਉਹ ਜਿਹੜੇ ਆਪਣਾ ਪੋਲੀਟੀਕਲ ਮੂਵ ਹੈ ਉਹਦਾ ਕਿਸੇ ਨੂੰ ਭੜਕ ਵੀ ਨਹੀਂ ਲੱਗਣ ਦਿੰਦੇ, ਔਰ ਮੂਵ ਵਧੀਆ ਖੇਡ ਵੀ ਜਾਂਦੇ ਨੇ। ਹੁਣ ਦੇਖਣਾ ਹੋਏਗਾ ਕਿ ਹੁਣ ਇਸ ਵਾਰੀ ਇੱਥੇ ਕਿੱਦਾਂ ਕੋ ਕਾਮਯਾਬ ਹੁੰਦੇ ਨੇ। ਨਹੀਂ, ਜਦੋਂ ਇਹਨਾਂ ਨੇ ਅਕਾਲੀ ਦਲ ਛੱਡਿਆ ਸੀ ਨਾ, ਉਦੋਂ ਇਹਨਾਂ ਨੂੰ ਇਤਰਾਜ਼ ਸੀਗਾ ਕਿ ਸੁਖਬੀਰ ਬਾਦਲ ਦਾ ਕੱਦ ਜਿਹੜਾ ਉੱਥੇ ਵੱਧ ਰਿਹਾ ਵਾ, ਸੁਖਬੀਰ ਬਾਦਲ ਨੂੰ ਹੀ ਜ਼ਿਆਦਾ ਜ਼ਿੰਮੇਵਾਰੀਆਂ ਮਿਲ ਰਹੀਆਂ ਨੇ, ਔਰ ਇਹਨਾਂ ਨੂੰ ਇੱਕ ਅੱਛਾ ਨਾਮ ਹੋਣ ਦੇ ਬਾਵਜੂਦ ਇਹਨਾਂ ਨੂੰ ਕੋਈ ਬਹੁਤਾ ਵੱਡੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ, ਜਾਂ ਸੁਖਬੀਰ ਬਾਦਲ ਦਾ ਕੱਦ ਵੱਧਦੇ ਦੇਖ ਕੇ ਇਹਨਾਂ ਨੇ ਇੱਕ ਅਕਾਲੀ ਦਲ ਛੱਡੀ ਸੀ ਔਰ ਆਪਣੀ ਪਾਰਟੀ ਬਣਾ ਲਈ ਸੀਗੀ। ਕਾਂਗਰਸ 'ਚ ਵੀ ਇਹੀ ਪ੍ਰੋਬਲਮ ਹੋਈ, ਕਿਉਂਕਿ ਇੱਥੇ ਰਾਜਾ ਵੜਿੰਗ ਦਾ ਕੱਦ ਜਿਹੜਾ ਹੈ ਉਹ ਵੱਧ ਰਿਹਾ। ਰਾਜਾ ਵੜਿੰਗ ਨੂੰ ਇਹਨਾਂ ਦੇ ਵਿਰੋਧ ਦੇ ਬਾਵਜੂਦ ਜਿਹੜਾ ਹੈਗਾ ਉਹਨੂੰ ਪ੍ਰਧਾਨ ਬਣਾ ਦਿੱਤਾ ਗਿਆ। ਤੇ ਇਹ ਪ੍ਰੋਬਲਮ ਅੱਗੇ ਜਾ ਕੇ ਬੀਜੇਪੀ 'ਚ ਨਹੀਂ ਆ ਸਕਦੀ? ਮੇਰੇ ਖਿਆਲ ਨਾਲ ਨਹੀਂ ਆ ਸਕਦੀ, ਕਿਉਂਕਿ ਬੀਜੇਪੀ ਦੇ ਵਿੱਚ ਬੀਜੇਪੀ ਨੇ ਆਪਣਾ ਡਿਸਿਪਲਿਨ ਜਿਹੜਾ ਪਾਰਟੀ ਵਿਦਿਨ ਪਾਰਟੀ ਉਹ ਬੜਾ ਮੇਨਟੇਨ ਕਰਕੇ ਰੱਖਿਆ ਹੈ। ਤੁਸੀਂ ਦੇਖੋਗੇ ਕਿ ਜਿੰਨੀ ਦੇਰ ਤੋਂ ਕਾਂਗਰਸ ਦੇ ਵੱਡੇ ਵੱਡੇ ਨੇਤਾ ਸ਼ਾਮ ਸੁੰਦਰ ਅਰੋੜਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਸੁਨੀਲ ਜਾਖੜ, ਰਾਜਕੁਮਾਰ ਵੇਰਕਾ, ਇਹ ਤਮਾਮ ਜਿਹੜੇ ਨੇਤਾ ਜਦੋਂ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ, ਤਾਂ ਬੀਜੇਪੀ ਦੇ ਪੁਰਾਣਾ ਵਿੰਗ ਜਿਹੜਾ ਉਹਨਾਂ ਦੇ ਵੱਲੋਂ ਕੋਈ ਵੀ ਲੀਡਰ ਜਿਹੜਾ ਵਿਰੋਧ ਨਹੀਂ ਕਰਦਾ। ਬੀਜੇਪੀ ਦੇ ਵਿੱਚ ਮੈਨੂੰ ਲੱਗਦਾ ਕਿ ਲੀਡਰ ਇੱਕੋ ਹੀ ਹੈ, ਨਰਿੰਦਰ ਮੋਦੀ, ਅਮਿਤ ਸ਼ਾਹ। ਦੋ ਮਤਲਬ ਆਪਾਂ ਦੋ ਕਹਿ ਸਕਦੇ ਹਾਂ ਕਿ ਇਹੀ 2 ਸਟਰੋਂਗ ਪਿੱਲਰ ਨੇ, ਇੱਕੋ ਹੀ ਨੇ ਤਕਰੀਬਨ। ਇੱਕ ਨੇ, ਇਹਨੂੰ ਇੱਕ ਕਹਿ ਲਓ ਜਾਂ 2 ਕਹਿ ਲਓ, ਕਿ ਇਹੀ 2 ਸਟਰੋਂਗ ਪਿੱਲਰ ਨੇ, ਇਹਨਾਂ ਤੋਂ ਇਲਾਵਾ ਕੋਈ ਹੋਰ ਵੱਡਾ ਹੈ ਨਹੀਂ। ਇਸ ਕਰਕੇ ਇਸ ਪਾਰਟੀ ਦੇ ਵਿੱਚ ਡਿਸਿਪਲਿਨ ਰਹਿੰਦਾ। ਜੇ ਮਨਪ੍ਰੀਤ ਬਾਦਲ ਇਸ ਤਰ੍ਹਾਂ ਇਹਨਾਂ ਨੂੰ ਇੱਥੇ ਵੀ ਔਖ ਹੋਊਗੀ, ਮੈਨੂੰ ਲੱਗਦਾ ਨਹੀਂ ਕਿ ਬੀਜੇਪੀ ਇਸ ਤਰ੍ਹਾਂ ਦਾ ਮੌਕਾ ਦੇਗੀ, ਕਿ ਬੀਜੇਪੀ ਦਾ ਤਾਂ ਕਲੀਅਰ ਕੱਟ ਹੈ ਜੋ ਜਿਹਦੀ ਪੋਜੀਸ਼ਨ ਹੈਗੀ ਉਹਦੀ ਪੋਜੀਸ਼ਨ ਰਹੇਗੀ। ਸ਼ਾਇਦ ਇਹੀ ਬੀਜੇਪੀ ਦੀ ਖਾਸੀਅਤ ਇਸ ਵਿਦਿਨ ਪਾਰਟੀ ਹੋ ਸਕਦੀ ਹੈ। ਤਾਂ ਜੇ ਡਿਸਿਪਲਿਨ ਕਹਿ ਲਓ, ਜਾਂ ਫਿਰ ਜੇ ਗੁੱਟਬਾਜੀ ਬੀਜੇਪੀ ਬਣੂਗੀ, ਤਾਂ ਫਿਰ ਨੁਕਸਾਨ ਲੀਡਰਾਂ ਦਾ ਇਹਦੇ ਵਿੱਚ ਜ਼ਿਆਦਾ ਹੋ ਸਕਦਾ, ਕਿਉਂਕਿ ਬੀਜੇਪੀ ਦੀ ਸਟ੍ਰੈਟਜੀ ਤਾਂ ਕਲੀਅਰ ਹੈ। ਤੇ ਮਨਪ੍ਰੀਤ ਬਾਦਲ ਇੱਥੇ ਆ ਕੇ ਵੀ ਹੁਣ ਮਤਲਬ ਹੁਣ ਪਤਾ ਨਹੀਂ ਕਿ ਮਨਪ੍ਰੀਤ ਬਾਦਲ ਨਾਲ ਗੱਲਬਾਤ ਕੀ ਹੋਈ ਹੈ, ਕੀ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ, ਪਰ ਹਜੇ ਤੱਕ ਤਾਂ ਹਜੇ ਬੀਜੇਪੀ ਦੇ ਵਿੱਚ ਇਸ ਤਰ੍ਹਾਂ ਦੀ ਤਸਵੀਰ ਸਾਹਮਣੇ ਨਹੀਂ ਆਈ ਕਿ ਪੁਰਾਣੇ ਲੀਡਰ ਜਿਹੜੇ ਨੇ ਨਵੇਂ ਲੀਡਰਾਂ ਦੇ ਆਉਣ ਤੋਂ ਬਾਅਦ ਉਹਨਾਂ ਦਾ ਵਿਰੋਧ ਕਰ ਰਹੇ ਹੋਣ। ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੇ ਦੌਰਾਨ ਇਹ ਗੱਲ ਕਹੀ ਸੀ, ਕਿਸੇ ਨੇ ਉਹਨਾਂ ਕੋਲ ਸਵਾਲ ਪੁੱਛ ਲਿਆ ਸੀਗਾ ਕਿ ਬੜੇ ਵੱਡੇ ਲੀਡਰ ਜਿਹੜੇ ਹੈਗੇ, ਹਾਲਾਂਕਿ ਮਨਪ੍ਰੀਤ ਬਾਦਲ ਉਦੋਂ ਸ਼ਾਮਲ ਨਹੀਂ ਸੀ ਹੋਏ, ਬੜੇ ਵੱਡੇ ਲੀਡਰ ਕਈ ਹੈਗੇ ਆ ਇੱਦਾਂ ਦੇ ਜਿਹੜੇ ਬੀਜੇਪੀ 'ਚ ਚੱਲ ਗਏ ਨੇ, ਤੇ ਉਹਨਾਂ ਨੇ ਇੱਕ ਜਵਾਬ ਬੜਾ ਤਿੱਖਾ ਦਿੱਤਾ ਸੀਗਾ ਕਿ उन्हें चले ही जाना चाहिए था, यानी उन्होंने कहने मतलब सानू कोई फर्क नहीं पैंदा। कल उन्होंने दे दिता सी जवाब। कल उन्होंने पूछा गया सीगा कि ਜਿਹੜੇ ਲੋग ਅਸੀਂ ਅੱਛਾ ਕੈਪਟਨ ਅਮਰਿੰਦਰ ਸਿੰਘ ਤੁਸੀਂ ਦੇਖ ਸਕਦੇ ਹੋ, ਕੈਪਟਨ ਅਮਰਿੰਦਰ ਸਿੰਘ ਬੀਜੇਪੀ 'ਚ ਸ਼ਾਮਲ ਹੋ ਗਿਆ, ਆਪਾਂ ਉਹਨਾਂ ਦਾ ਜ਼ਿਕਰ ਹੀ ਨਹੀਂ ਕਰਨਾ ਰਹਿ ਗਿਆ ਸਾਡੇ ਵੱਲੋਂ। ਕੈਪਟਨ ਅਮਰਿੰਦਰ ਸਿੰਘ ਵੱਡਾ ਜੱਟ ਸੈਕਟਰ ਆ, ਬੀਜੇਪੀ 'ਚ ਸ਼ਾਮਲ ਹੋ ਗਿਆ ਹੈ। ਉਹਨਾਂ ਦਾ ਮੇਨ ਇਹੀ ਸੀਗਾ ਕਿ ਉਹਨਾਂ ਨੂੰ ਚਲੇ ਜਾਣਾ ਚਾਹੀਦਾ। ਬੀਜੇਪੀ ਈਡੀ ਦਾ, ਸੀਬੀਆਈ ਦਾ ਉਹਨਾਂ ਲੀਡਰਾਂ ਦੇ ਜ਼ੋਰ ਪਾਉਂਦੀ ਹੈ, ਰਾਹੁਲ ਗਾਂਧੀ ਨੇ ਕਿਹਾ ਸੀਗਾ, ਔਰ ਜਿਹੜੇ ਡਰਦੇ ਨੇ ਤਾਂ ਉਹਨਾਂ ਨੂੰ ਚੰਗਾ ਹੀ ਹੈ ਕਿ ਪਾਰਟੀ ਸਾਡੀ ਨਾ ਰਹਿਣ, ਉੱਥੋਂ ਚਲੇ ਜਾਣ। ਤੇ ਇਹ ਮੈਨੂੰ ਲੱਗਦਾ ਕੱਲ੍ਹ ਹੀ ਉਹਨਾਂ ਨੇ ਇੱਕ ਹਿਸਾਬ ਦਾ ਜਵਾਬ ਜਿਹੜਾ ਉਹ ਦੇਤਾ ਹੈ। ਪਰ ਮਨਪ੍ਰੀਤ ਬਾਦਲ ਤੇ ਅਜਿਹਾ ਕੋਈ ਦਬਾਅ ਨਹੀਂ ਸੀਗਾ, ਤੇ ਫਿਰ ਮਨਪ੍ਰੀਤ ਬਾਦਲ ਕਿਉਂ ਸ਼ਾਮਲ ਹੋ ਗਏ? ਹਾਂ, ਇਹੀ ਗੱਲ ਹੈ ਕਿ ਮਨਪ੍ਰੀਤ ਬਾਦਲ ਤੇ ਇਸ ਤਰ੍ਹਾਂ ਦੀ ਕੋਈ ਐਲੀਗੇਸ਼ਨ ਤਾਂ ਨਹੀਂ ਲੱਗਿਆ ਸੀਗਾ ਕਿ ਕੋਈ ਵਿਜੀਲੈਂਸ ਦੀ ਜਾਂਚ ਆ ਉਹਨਾਂ ਦੇ ਖਿਲਾਫ, ਜਾਂ ਕੋਈ ਸੀਬੀਆਈ ਜਾਂ ਈਡੀ ਦਾ ਕੋਈ ਦਬਾਅ ਹੈ। ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਤਾਂ ਆਪ ਕਹਿ ਰਹੇ ਨੇ ਕਿ ਰਾਜਾ ਵੜਿੰਗ ਦਾ ਕੱਦ ਪਾਰਟੀ ਦੇ ਵਿੱਚ ਵਧਿਆ, ਤਾਂ ਇਸ ਕਰਕੇ ਉਹ ਪਾਰਟੀ ਛੱਡ ਗਏ। ਅੱਜ ਦਾ ਮੁੱਦਾ ਜਿਹੜਾ ਆ, ਅੱਜ ਦੇ ਮੁੱਦੇ ਦੇ ਵਿੱਚ ਅਸੀਂ ਇੱਕ ਵੱਡੀ ਖਬਰ ਜਿਹੜੀ ਅੱਜ ਦੀ ਸੀਗੀ ਪੰਜਾਬ ਦੀ ਰਾਜਨੀਤੀ ਨਾਲ ਜੁੜੀ ਹੋਈ, ਉਸ ਨੂੰ ਸ਼ਾਮਲ ਕੀਤਾ ਸੀ। ਤੇ ਅੱਜ ਦਾ ਮੁੱਦਾ ਪ੍ਰੋਗਰਾਮ ਅਸੀਂ ਅੱਜ ਇੱਥੇ ਹੀ ਵਿਰਾਮ ਦਿੰਦੇ ਹਾਂ। ਅੱਜ ਦਾ ਮੁੱਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ। ਕੱਲ੍ਹ ਕਿਸੇ ਹੋਰ ਵੱਡੇ ਮੁੱਦੇ ਨੂੰ ਲੈ ਕੇ ਅਸੀਂ ਸ਼ਾਮਲ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।